ਹਾਂ, ਸਤਿ ਸ੍ਰੀ ਅਕਾਲ ਜੀ, ਓਮ ਸ਼ਾਂਤੀ। ਸਾਰਿਆਂ ਨੂੰ ਬ੍ਰਹਮ ਕੁਮਾਰੀ ਸਿਲੀਕਨ ਵੈਲੀ ਵੱਲੋਂ ਬਹੁਤ-ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਸੈਸ਼ਨ ਦੇ ਵਿੱਚ। ਯੂ نو ਬਿਫੋਰ ਅਸੀਂ ਅੱਗੇ ਜਾਈਏ, ਜਸਟ ਰਿਮਾਈਂਡਰ ਲਾਈਕ ਯੈਸਟਰਡੇ ਕਿ ਤੁਸੀਂ ਆਪਣੇ ਘਰ ਵਿੱਚ ਕਿਸੇ ਸ਼ਾਂਤ ਜਗ੍ਹਾ ਤੇ ਬੈਠੋ ਤਾਂ ਕਿ ਤੁਸੀਂ ਅਗਲੇ ਘੰਟੇ ਡੇਢ ਵਾਸਤੇ ਆਰਾਮ ਨਾਲ ਫੋਕਸ ਕਰਕੇ ਕਲਾਸ ਵਿੱਚ ਸੁਣ ਸਕਦੇ ਹੋ। ਤੇ ਜ਼ੂਮ ਵਿੱਚ ਆਪਣਾ ਪਹਿਲਾ ਨਾਮ ਲਾਸਟ ਨੇਮ ਪਾ ਲਓ ਤਾਂ ਕਿ ਅਸੀਂ ਤੁਹਾਨੂੰ ਰੈਕਗਨਾਈਜ਼ ਕਰ ਪਾਈਏ। ਤੇ ਜਿਵੇਂ ਮੈਂ ਕਿਹਾ, ਆਪਣੇ ਸਾਇਲੈਂਟਲੀ ਬੈਠੋ ਤੇ ਆਪਣੇ ਫੋਨ ਨੂੰ ਮਿਊਟ ਤੇ ਕਰਕੇ ਤੇ ਬਿਲਕੁਲ ਜਿੰਨਾ ਫੋਕਸ ਹੋ ਸਕੇ ਉਹਨੇ ਫੋਕਸ ਨਾਲ ਬੈਠੋ। ਤੇ ਕੱਲ੍ਹ ਅੱਜ ਵੀ ਸਾਡੇ ਨਾਲ ਕਿਰਨ ਭੈਣ ਜੀ ਤੇ ਅੰਜੂ ਭੈਣ ਜੀ ਹੈਗੇ ਨੇ। ਅਸੀਂ ਤਿੰਨੋਂ ਇਕੱਠੇ ਅੱਜ ਦਾ ਸੈਸ਼ਨ ਲਵਾਂਗੇ ਕੱਲ੍ਹ। ਤੇ ਕੱਲ ਅਸੀਂ ਗੱਲ ਕੀਤੀ ਸੀਗੀ ਆਪਣੇ ਆਪ ਨੂੰ ਜਾਣਨ ਵਾਸਤੇ ਕਿ ਮੈਂ ਕੌਣ ਹਾਂ। ਕੱਲ ਅਸੀਂ ਆਪਣੀ ਪਛਾਣ ਜਾਣੀ ਸੀਗੀ। ਅੱਜ ਅਸੀਂ ਪਰਮਾਤਮਾ ਦੇ ਬਾਰੇ ਜਾਣਾਂਗੇ ਕਿ ਪਰਮਾਤਮਾ ਕੌਣ ਹੈ, ਅਸੀਂ ਪਰਮਾਤਮਾ ਨੂੰ ਕਿਵੇਂ ਮਿਲੀਏ, ਪਰਮਾਤਮਾ ਦੀ ਅਸਲੀ ਪਛਾਣ ਕੀ ਹੈਗੀ ਹੈ। ਅੱਜ ਅਸੀਂ ਪਰਮਾਤਮਾ ਦੇ ਬਾਰੇ ਗੱਲ ਕਰਾਂਗੇ। ਬਿਫੋਰ ਵੀ ਗੋ ਫਰਦਰ, ਲੈਟਸ ਆਪਾਂ ਇੱਕ ਬਰੀਫ ਰਿਵੀਜ਼ਨ ਕਰੀਏ ਕੱਲ ਦੇ ਸੈਸ਼ਨ ਦਾ। ਅਸੀਂ ਕਿਸ ਤਰ੍ਹਾਂ ਕੁਝ ਨਏ ਹੈਗੇ ਨੇ ਅੱਜ ਜਿਹੜੇ ਕੱਲ ਨਹੀਂ ਆਏ ਸੀਗੇ, ਤੇ ਅਸੀਂ ਬਰੀਫਲੀ ਰਿਵਾਈਜ਼ ਕਰਨੇ ਆ ਕੱਲ ਅਸੀਂ ਕੀ ਸਿੱਖਿਆ ਸੀਗਾ ਕੱਲ ਦੀ ਕਲਾਸ ਵਿੱਚ। ਕੋਈ ਦੱਸਣਾ ਚਾਹੇਗਾ ਕਿ ਇਸ ਸਵਾਲ ਦਾ ਜਵਾਬ ਕੀ ਹੈਗਾ ਕਿ ਮੈਂ ਕੌਣ ਹਾਂ? ਪਹਿਲੀ ਆਪਸ਼ਨ ਹੈਗੀ ਹੈ ਕਿ ਮੇਰੇ ਸਰੀਰ ਵਿੱਚ ਆਤਮਾ ਹੈ। ਦੂਜੀ ਆਪਸ਼ਨ ਹੈ ਕਿ ਮੈਂ ਇੱਕ ਆਤਮਾ ਹਾਂ ਜੋ ਇਸ ਸਰੀਰ ਵਿੱਚ ਨਿਵਾਸ ਕਰ ਰਹੀ ਹਾਂ। ਤੁਹਾਡੇ ਚੋਂ ਕੋਈ ਦੱਸਣਾ ਚਾਹੇਗਾ ਕਿ ਇਹਨਾਂ ਵਿੱਚੋਂ ਕਿਹੜਾ ਆਨਸਰ ਸਹੀ ਹੈਗਾ? ਤੁਸੀਂ ਆਪਣਾ ਰਿਸਪੌਂਸ ਟਾਈਪ ਕਰ ਸਕਦੇ ਹੋ ਚੈਟ ਦੇ ਉੱਤੇ, A ਔਰ B। ਕਈ ਸਿੱਖਿਆ ਕਈਆਂ ਨੇ ਕਿਹਾ B, ਕਈ ਇਹ ਵੀ ਕਹਿ ਰਹੇ ਨੇ। ਤੇ ਅਸੀਂ ਇੱਕ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕੱਲ ਦੇ ਸੈਸ਼ਨ ਦੇ ਵਿੱਚ ਕਿ ਅਸੀਂ ਜੋ ਹਾਂ, ਅਸੀਂ ਇੱਕ ਆਤਮਾ, ਇੱਕ ਜੋਤ ਸਰੂਪ ਹੈਗੇ ਹਾਂ ਜੋ ਇਸ ਸਰੀਰ ਤੋਂ ਵੱਖਰੇ ਹਾਂ। ਸਾਡੀ ਅਸਲੀ ਆਇਡੈਂਟੀਟੀ ਇਸ ਸਰੀਰ ਦੀ ਆਇਡੈਂਟੀਟੀ ਤੋਂ ਵੱਖਰੀ ਹੈਗੀ ਹੈ। ਅਸੀਂ ਇੱਕ ਆਤਮਾ ਹਾਂ ਅਸਲੀ ਵਿੱਚ, ਅਸੀਂ ਸਰੀਰ ਨਹੀਂ ਹਾਂ। ਤੇ ਜੇ ਅਸੀਂ ਪਹਿਲੀ ਆਪਸ਼ਨ ਕਹੀਏ ਕਿ ਆਈ ਹੈਵ ਅ ਸੋਲ ਇਨ ਮਾਈ ਬੋਡੀ, ਇਹਦਾ ਮਤਲਬ ਕਿ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਰਹੇ ਹਾਂ ਤੇ ਅਸੀਂ ਸੋਚ ਰਹੇ ਹਾਂ ਕਿ ਮੇਰੇ ਸਰੀਰ ਦੇ ਅੰਦਰ ਇੱਕ ਆਤਮਾ ਵਸਦੀ ਹੈ। ਮੇਰੇ ਸਰੀਰ ਦੇ ਅੰਦਰ ਆਤਮਾ ਨਹੀਂ ਵਸਦੀ। ਸਰੀਰ, ਮੈਂ ਇੱਕ ਆਤਮਾ ਹਾਂ, ਮੈਂ ਇਸ ਸਰੀਰ ਦੇ ਵਿੱਚ ਨਿਵਾਸ ਕਰ ਰਿਹਾ ਹਾਂ। ਤਾਂ ਅਸੀਂ ਇਹਨੂੰ ਇੰਝ ਸਮਝਣਾ ਕਿ ਆਈ ਐਮ ਅ ਸੋਲ ਇਨ ਮਾਈ ਬੋਡੀ। ਮੈਂ ਬੋਡੀ ਨਹੀਂ ਹਾਂ, ਮੈਂ ਸਰੀਰ ਨਹੀਂ ਹਾਂ। ਸਰੀਰ ਮੈਨੂੰ ਮਿਲਿਆ ਹੋਇਆ ਹੈ, ਮਗਰ ਮੈਂ ਆਤਮਾ ਹਾਂ। ਮੈਂ ਆਤਮਾ ਇਸ ਸਰੀਰ ਦੇ ਵਿੱਚ ਨਿਵਾਸ ਕਰ ਰਿਹਾ ਹਾਂ। ਤੇ ਅਸੀਂ ਬਰੀਫਲੀ ਰਿਵਾਈਜ਼ ਕਰਦੇ ਜਿਵੇਂ ਅਸੀਂ ਕੱਲ ਗੱਲ ਕੀਤੀ ਸੀਗੀ ਬਹਿ ਕੇ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਆਇਡੈਂਟੀਫਾਈ ਕਰਨੇ ਆ ਕਿ ਮੈਂ ਕੌਣ ਹਾਂ। ਅਸੀਂ ਟਿਪੀਕਲੀ ਆਪਣੇ ਆਪ ਨੂੰ ਆਪਣੇ ਨਾਮ ਦੇ ਨਾਲ, ਆਪਣੇ ਪ੍ਰੋਫੈਸ਼ਨ ਦੇ ਨਾਲ, ਅਸੀਂ ਡਾਕਟਰ ਹਾਂ, ਇੰਜੀਨੀਅਰ ਹਾਂ, ਜਾਂ ਅਸੀਂ ਆਪਣੀ ਨੈਸ਼ਨੈਲਿਟੀ ਦੇ ਨਾਲ ਕਿ ਮੈਂ ਇੰਡੀਅਨ ਹਾਂ, ਮੈਂ ਕਿਹੜੀ ਕੰਟਰੀ ਦਾ ਸਿਟੀਜ਼ਨ ਹਾਂ ਮੈਂ, ਜਾਂ ਮੈਂ ਆਪਣੇ ਰਿਲੇਸ਼ਨਸ਼ਿਪਸ ਦੇ ਨਾਲ ਆਪਣੇ ਆਪ ਨੂੰ ਕਿ ਮੈਂ ਇੱਕ ਫਾਦਰ, ਮਦਰ, ਹਸਬੈਂਡ, ਵਾਈਫ, ਬ੍ਰਦਰ, ਸਿਸਟਰ, ਅਸੀਂ ਆਪਣੇ ਆਪ ਨੂੰ ਇਹਨਾਂ ਰਿਸ਼ਤਿਆਂ ਦੇ ਨਾਂ ਤੇ ਆਇਡੈਂਟੀਫਾਈ ਕਰਦੇ ਆ ਆਪਣੇ ਆਪ ਨੂੰ। ਮਗਰ ਇਹ ਸਾਰੇ ਲੇਬਲ ਜੋ ਹੈਗੇ ਨੇ ਇਹ ਟੈਂਪਰੇਰੀ ਲੇਬਲਸ ਨੇ। ਇਹ ਲੇਬਲਸ, ਇਹਨਾਂ ਵਿੱਚੋਂ ਕੋਈ ਵੀ ਲੇਬਲ ਸਾਡੇ ਨਾਲ ਨਹੀਂ ਜਾਂਦਾ ਜਦ ਅਸੀਂ ਆਪਣਾ ਸਰੀਰ ਛੱਡਨੇ ਆ। ਤੇ ਸਾਡੀ ਅਸਲੀ ਆਇਡੈਂਟੀਟੀ ਜੋ ਹੈਗੀ ਹੈ ਉਹ ਇਹ ਹੈਗੀ ਹੈ ਕਿ ਅਸੀਂ ਇੱਕ ਆਤਮਾ ਹਾਂ, ਇੱਕ ਪੁਆਇੰਟ ਆਫ ਲਾਈਟ, ਇੱਕ ਜੋਤ ਸਰੂਪ। ਜਿਵੇਂ ਅਸੀਂ ਕੱਲ ਗੱਲ ਕੀਤੀ ਸੀ, ਗੁਰਬਾਣੀ ਚ ਲਿਖਿਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡੀ ਮੂਲ ਪਛਾਣ ਜੋ ਹੈਗੀ ਹੈ ਉਹ ਜੋਤ ਸਰੂਪ ਹੈਗੀ ਹੈ ਕਿ ਅਸੀਂ ਉਹ ਜੋਤੀ ਹੈਗੇ ਹਾਂ, ਪੁਆਇੰਟ ਆਫ ਲਾਈਟ, ਜੋ ਇਸ ਸਰੀਰ ਵਿੱਚ ਮੱਥੇ ਦੇ ਵਿਚਕਾਰ, ਆਈਬ੍ਰੋਜ਼ ਦੇ ਵਿਚਕਾਰ, ਸੈਂਟਰ ਦੇ ਵਿੱਚ, ਇੱਥੇ ਜਿੱਥੇ ਆਪਾਂ ਟਿੱਕਾ ਲਗਾਉਂਦੇ ਹਾਂ, ਬਿੰਦੀ ਲਗਾਉਂਦੇ ਹਾਂ, ਉਸ ਜਗ੍ਹਾ, ਉਸ ਪੁਆਇੰਟ ਤੇ ਅਸੀਂ ਨਿਵਾਸ ਕਰ ਰਹੇ ਹਾਂ। ਤੇ ਹਿਊਮਨ ਔਰ ਬੀਇੰਗ ਦੇ ਵਿੱਚ ਫਰਕ ਇਹੀ ਹੈਗਾ ਕਿ ਹਿਊਮਨ ਰੈਫਰਸ ਟੂ ਦ ਫਿਜ਼ੀਕਲ ਐਸਪੈਕਟ, ਕਿ ਸਾਡਾ ਨਾਮ, ਸਾਡਾ ਪ੍ਰੋਫੈਸ਼ਨ, ਸਾਡੇ ਰਿਲੇਸ਼ਨਸ਼ਿਪਸ, ਉਹ ਸਾਡਾ ਹਿਊਮਨ ਫਾਰਮ, ਹਿਊਮਨ ਹੈਗਾ। ਮਿੱਟੀ ਨੂੰ ਹਿਊਮਨ ਵਰਡ ਹਮਸ, ਗ੍ਰੀਕ ਵਰਡ ਹਮਸ ਤੋਂ ਆਉਂਦਾ, ਇਹਦਾ ਮਤਲਬ ਹੈ ਮਿੱਟੀ। ਤੇ ਬੀਇੰਗ ਜੋ ਹੈਗਾ ਉਹ ਹੈਗਾ
ਕੌਨਸ਼ੀਅਸਨੈਸ, ਉਹ ਰੂਹ, ਉਹ ਆਤਮਾ, ਪੁਆਇੰਟ ਆਫ ਲਾਈਟ, ਜੋਤ ਸਰੂਪ, ਉਹਨੂੰ ਆਪਾਂ ਬੀਇੰਗ ਕਹਿੰਦੇ ਆ। ਤੇ ਜਦ ਯੂ نو ਬੀਇੰਗ ਨੂੰ ਇਸ ਸਰੀਰ ਦੇ ਵਿੱਚ ਲਿਆਇਆ ਰੱਬ ਨੇ, ਤਾਂ ਅਸੀਂ ਇਸ ਸਰੀਰ, ਅਸੀਂ ਇੱਕ ਹਿਊਮਨ ਬੀਇੰਗ ਬਣ ਕੇ ਜਨਮ ਲਿੱਤਾ ਇਸ ਧਰਤੀ ਦੇ ਉੱਤੇ। ਜਿਵੇਂ ਗੁਰਬਾਣੀ ਲਿਖਿਆ ਕਿ ਉਹ ਸ਼ਰੀਰਾ ਮੇਰਿਆ ਹਰ ਤੁਧ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਜਦ ਪਰਮਾਤਮਾ ਨੇ ਇਸ ਸਰੀਰ ਦੇ, ਮੇਰੇ ਸਰੀਰ ਦੇ ਅੰਦਰ ਜੋਤ ਨੂੰ, ਪੁਆਇੰਟ ਆਫ ਲਾਈਟ ਨੂੰ ਰੱਖਿਆ, ਤਾਂ ਮੈਂ ਇਸ ਸਰੀਰ ਦੇ ਵਿੱਚ ਧਰਤੀ ਤੇ ਜਨਮ ਲਿੱਤਾ। ਤੇ ਸਾਡਾ ਸਰੀਰ ਜੋ ਹੈਗਾ ਉਹ ਇਹਨਾਂ 5 ਤੱਤਵਾਂ ਦਾ ਬਣਿਆ ਹੋਇਆ ਬਹਿ ਕੇ, ਮਗਰ ਆਤਮਾ ਸਾਡੀ ਮੈਟਾਫਿਜ਼ੀਕਲ ਹੈ। ਆਤਮਾ ਨੂੰ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਆਤਮਾ ਨੂੰ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ। ਆਤਮਾ ਫਿਜ਼ੀਕਲ ਅੱਖਾਂ ਨਾਲ ਨਹੀਂ ਦੇਖ ਸਕਦੇ, ਸਿਰਫ ਤੀਜੀ ਅੱਖ ਨਾਲ ਐਕਸਪੀਰੀਅੰਸ ਕੀਤਾ ਜਾ ਸਕਦਾ ਸੀ ਆਤਮਾ ਨੂੰ। ਤੇ ਸਰੀਰ ਸਾਡਾ ਜੋ ਹੈਗਾ ਉਹ ਟੈਂਪਰੇਰੀ ਹੈਗਾ, ਉਹ ਪੈਰੀਸ਼ੇਬਲ ਹੈਗਾ, ਮਿੱਟੀ ਦਾ ਤਨ ਮਿੱਟੀ ਵਿੱਚ ਮਿਲ ਜਾਂਦਾ ਹੈ। ਮਗਰ ਆਤਮਾ ਜੋ ਹੈ ਸਾਡੀ ਉਹ ਇਟਰਨਲ ਹੈਗੀ ਹੈ, ਅਜਰ ਅਮਰ ਅਵਿਨਾਸ਼ੀ ਹੈ ਆਤਮਾ। ਆਤਮਾ ਕਦੇ ਨਹੀਂ ਮਰਦੀ। ਆਤਮਾ ਇੱਕ ਸਰੀਰ ਛੱਡਦੀ ਹੈ, ਦੂਜਾ ਸਰੀਰ ਲੈ ਲੈਂਦੀ ਹੈ। ਤੇ ਅਸੀਂ ਕੱਲ ਇਹ ਵੀ ਗੱਲ ਕੀਤੀ ਸੀਗੀ ਕਿ ਸਾਡੀ ਆਤਮਾ ਦੀ ਅਨੈਟਮੀ ਕੀ ਹੈਗੀ ਹੈ, ਕਿ ਸਾਡੀ ਆਤਮਾ ਦੇ 3 ਪਾਰਟਸ ਹੈਗੇ ਨੇ, ਮਨ, ਬੁੱਧੀ ਤੇ ਸੰਸਕਾਰ। ਪਹਿਲਾ ਪਾਰਟ ਹੈਗਾ ਮਨ। ਮਨ ਦਾ ਕੰਮ ਹੈਗਾ ਥਾਟਸ ਪੈਦਾ ਕਰਨਾ, ਯੂ نو ਵਨ ਆਫਟਰ ਅਦਰ। ਮਨ ਜੋ ਹੈ ਸਾਡਾ ਐਵਰੀ 1 to 2 ਸੈਕਿੰਡਸ ਇੱਕ ਨਵਾਂ ਥਾਟ ਕ੍ਰੀਏਟ ਕਰਦਾ ਹੈ। ਤੇ ਬੁੱਧੀ ਜੋ ਹੈਗੀ ਹੈ ਸਾਡੀ, ਉਹ ਫੈਸਲੇ ਲੈਂਦੀ ਹੈ, ਉਹ ਡਿਸਾਈਡ ਕਰਦੀ ਹੈ ਕਿ ਕਿਹੜਾ ਥਾਟ ਜੋ ਹੈਗਾ ਉਹ ਚੰਗਾ ਹੈ, ਕਿਹੜਾ ਥਾਟ ਮਾੜਾ ਹੈ, ਕਿਹੜੇ ਥਾਟ ਨੂੰ ਮੈਂ ਐਕਸ਼ਨ ਵਿੱਚ ਕਨਵਰਟ ਕਰਾਂ, ਕਿਹੜੇ ਥਾਟ ਨੂੰ ਮੈਂ ਦੁਬਾਰਾ ਪ੍ਰੋਡਿਊਸ ਕਰਾਂ, ਕਿਹੜੇ ਮੈਂ ਨਹੀਂ ਪ੍ਰੋਡਿਊਸ ਕਰਾਂ ਦੁਬਾਰਾ। ਤੇ ਉਹ ਸਾਰੇ ਫੈਸਲੇ ਜੋ ਹੈਗੇ ਉਹ ਇੰਟੈਲੈਕਟ ਸਾਡੀ ਬੁੱਧੀ ਕਰਦੀ ਹੈ। ਤੇ ਜਿਹੜਾ ਮਨ ਔਰ ਬੁੱਧੀ ਦਾ ਸਾਈਕਲ ਬਾਰ-ਬਾਰ ਚੱਲਦਾ ਹੈ ਕੇ, ਉਹਦੇ ਨਾਲ ਜਿਹੜੀ ਚੀਜ਼ ਅਸੀਂ ਬਾਰ-ਬਾਰ ਕਰਦੇ ਹਾਂ, ਕਰਨਾ ਲਿਖ ਲਿਆ ਜਾਏ, ਜਿਹੜਾ ਅਸੀਂ ਕੰਮ ਬਾਰ-ਬਾਰ ਕਰਨੇ ਆ, ਉਹ ਚੀਜ਼ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ, ਤੇ ਉਹਨੂੰ ਅਸੀਂ ਕਹਿੰਦੇ ਹਾਂ ਸੰਸਕਾਰ ਬਣ ਗਿਆ ਸਾਡਾ। ਜਿਵੇਂ ਅਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨੇ ਆ, ਪਹਿਲੀ ਵਾਰ ਸਾਨੂੰ ਔਖਾ ਲੱਗਦਾ ਹੈ, ਦੂਜੀ ਵਾਰ ਥੋੜਾ ਘੱਟ ਔਖਾ ਲੱਗਾ, ਤੀਜੀ ਵਾਰ ਹੋਰ ਘੱਟ ਔਖਾ ਲੱਗਦਾ, ਚੌਥੀ, ਪੰਜਵੀਂ, ਛਠਵੀਂ ਵਾਰ ਸਾਡੇ ਵਾਸਤੇ ਸੇਮ ਕੰਮ ਕਰਨਾ ਬੜਾ ਆਸਾਨ ਹੋ ਜਾਂਦਾ ਹੈ। ਤੇ ਇਹ ਸੇਮ ਤਰੀਕੇ ਨਾਲ, ਕਿਉਂਕਿ ਉਹ ਸੇਮ ਚੀਜ਼ ਸਾਡੇ ਹੁਣ ਸੰਸਕਾਰ ਵਿੱਚ ਬਹਿ ਗਈ ਹੈ, ਸਾਡੇ ਵਾਸਤੇ ਉਹ ਇੱਕ ਡਿਫਾਲਟ ਹੋ ਗਿਆ ਓਵਰ ਅ ਪੀਰੀਅਡ ਆਫ ਟਾਈਮ। ਅਸੀਂ ਆਟੋ ਪਾਇਲਟ ਮੋਡ ਦੇ ਵਿੱਚ ਉਹ ਸੇਮ ਚੀਜ਼ ਨੂੰ ਦੁਬਾਰਾ ਕਰ ਸਕਦੇ ਹਾਂ, ਤੇ ਇੰਜ ਸਾਡੇ ਸੰਸਕਾਰ ਬਣਦੇ ਹਨ। ਤੇ ਅਸੀਂ ਯੂ نو ਬਿਫੋਰ ਵੀ ਗੋ ਲਿਟਲ ਫਰਦਰ, ਅਸੀਂ ਛੋਟੀ ਜਿਹੀ ਮੈਡੀਟੇਸ਼ਨ ਕਰਨੇ ਆ, ਜਸਟ ਟੂ ਰੀਕੈਪ ਅਸੀਂ ਕਿ ਅਸੀਂ ਕੱਲ ਕੀ ਕੀਤਾ ਸੀਗਾ। ਤੇ ਆਈ ਰਿਕੁਐਸਟ ਕਿ ਤੁਸੀਂ ਸਾਰੇ ਮੈਨੂੰ ਮੈਡੀਟੇਸ਼ਨ ਵਿੱਚ ਜੁਆਇਨ ਕਰੋ ਫॉर ਅ ਬਰੀਫ ਮੋਮੈਂਟ। ਚਾਰੋਂ ਤਰਫ ਤੋਂ ਆਪਣੀ ਬੁੱਧੀ ਨੂੰ ਹਟਾਉਂਦੇ ਹੋਏ ਆਪਣੇ ਆਪ ਨੂੰ ਇੱਕ ਜੋਤ ਸਰੂਪ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। मैं पवित्र ज्योत स्वरूप अकाल मूरत आत्मा हाँ। मैं ज्योत स्वरूप आत्मा ਇਹਨਾਂ ਅੱਖਾਂ ਦੇ ਰਾਹੀਂ ਦੇਖਦੇ ਹਾਂ। ਮੈਂ ਉਹ ਜੋਤ ਸਰੂਪ ਆਤਮਾ ਜਿਹੜੀ ਇਹਨਾਂ ਕੰਨਾਂ ਦੇ ਥਰੂ ਸੁਣ ਰਹੇ ਹਾਂ। ਮੈਂ ਜੋਤ ਸਰੂਪ ਆਤਮਾ ਇਸ ਮੂੰਹ ਦੇ ਥਰੂ ਬੋਲ ਰਿਹਾ ਹਾਂ।
ਇਹ ਸਰੀਰ ਦੇ ਉੱਤੇ ਮੇਰਾ ਰਾਜ ਹੈ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਹੁਣ ਤੱਕ ਅਸੀਂ ਬਾਹਰ ਦੀ ਦੁਨੀਆ ਵਿੱਚ ਸੁਖ ਲੱਭਦੇ ਆਏ ਸੀ, ਪਰ ਹੁਣ ਅਸੀਂ ਜਾਣਿਆ ਕਿ ਸਾਰਾ ਸੁਖ, ਸ਼ਾਂਤੀ, ਪਿਆਰ ਸਭ ਮੇਰੇ ਅੰਦਰ ਵਸਦਾ ਹੈ। मेरी आत्मा ज्योत पवित्र शक्तिशाली है। मैं ज्योत स्वरूप आत्मा शांति, प्यार ते गुणां दा सागर हां। ਤੇ ਅਸੀਂ ਜਿਵੇਂ ਕੱਲ ਦੇ ਸੈਸ਼ਨ ਵਿੱਚ ਦੇਖਿਆ ਸੀਗਾ ਕਿ ਸਾਡੇ ਆਤਮਾ ਦੇ ਇਹ 7 ਨਿੱਜੀ ਗੁਣ ਹੁੰਦੇ ਹਨ। ਪਵਿੱਤਰਤਾ, ਸ਼ਾਂਤੀ, ਪਿਆਰ, ਖੁਸ਼ੀ, ਸ਼ਕਤੀ, ਗਿਆਨ ਤੇ ਆਨੰਦ। ਤੇ ਅਸੀਂ ਹੁਣ ਅੱਜ ਇਹਨਾਂ ਗੁਣਾਂ ਦੇ ਬਾਰੇ ਦੇਖਨੇ ਹਾਂ ਕਿ ਜੇ ਇਹ ਸਾਰੇ ਮੇਰੇ ਨਿੱਜੀ ਗੁਣ ਹੈਗੇ ਹਨ ਮੇਰੇ ਆਤਮਾ ਦੇ, ਤੇ ਇਹ ਸਾਰੇ ਗੁਣ ਸਾਨੂੰ ਕਿੱਥੋਂ ਮਿਲਦੇ ਹਨ, ਇਹਨਾਂ ਸਾਰਿਆਂ ਦਾ ਸੋਰਸ ਕੀ ਹੈਗਾ। ਸਾਨੂੰ ਅਸੀਂ ਕਹਿੰਦੇ ਹਾਂ ਕਿ ਆਤਮਾ ਪਵਿੱਤਰ ਹੈ, ਸ਼ਾਂਤੀ ਹੈ, ਸ਼ਕਤੀਸ਼ਾਲੀ ਹੈ, ਖੁਸ਼ੀਆਂ ਭਰੀ ਹੈ, ਮਗਰ ਸਾਨੂੰ ਇਹ ਖੁਸ਼ੀ ਤੇ ਆਨੰਦ, ਇਹ ਸ਼ਾਂਤੀ ਕਿੱਥੋਂ ਮਿਲਦੀ ਹੈ? ਕੋਈ ਦੱਸਣਾ ਚਾਹੇਗਾ ਤੁਹਾਡੇ ਵਿੱਚੋਂ ਕਿ ਇਹਨਾਂ ਸਾਰਿਆਂ ਦਾ ਸੋਰਸ ਕੀ ਹੈਗਾ? ਰਾਈਟ, ਤੁਸੀਂ ਜਿਵੇਂ ਤੁਸੀਂ ਕਿਹਾ ਕਿ ਇਹ ਸਾਰਿਆਂ ਦਾ ਸੋਰਸ ਜੋ ਹੈਗਾ ਉਹ ਸਿਰਫ ਇੱਕੋ ਹੈਗਾ, ਔਰ ਉਹ ਹੈ ਰੱਬ, ਪਰਮਾਤਮਾ, ਸੁਪਰੀਮ ਸੋਲ ਕਹਿ ਲਓ, ਉਹਨੂੰ ਗੋਡ ਕਹਿ ਲਓ, ਉਹਨੂੰ ਹਰ ਧਰਮ ਵਿੱਚ ਉਹਨੂੰ ਅਲੱਗ-ਅਲੱਗ ਨਾਂ ਤੋਂ ਬੁਲਾਇਆ ਗਿਆ ਹੈ, ਮਗਰ ਉਹਦੀ ਪਛਾਣ ਇੱਕੋ ਹੀ ਹੈਗੀ ਹੈ। ਉਹਨੂੰ ਉਹ ਰੱਬ ਜੋ ਹੈਗਾ ਉਹ ਦਰਿਆ ਹੈ, ਇੱਕ ਓਸ਼ਨ ਕਹਿੰਦੇ ਆ, ਜਿਵੇਂ ਜਿਹੜੀਆਂ ਸਾਡੀਆਂ ਆਤਮਾ ਦੀਆਂ ਦੇ ਨਿੱਜੀ ਲੋੜ ਹੈਗੀ ਸਭ ਤੋਂ ਆਤਮਾਵਾਂ ਦੀ, ਉਹ ਸਾਰੀਆਂ ਚੀਜ਼ਾਂ ਰੱਬ ਦੇ ਅੰਦਰ ਰੱਬ ਦੇ ਅੰਦਰ ਭਰੀਆਂ ਹੋਈਆਂ। ਉਹ ਰੱਬ ਜੋ ਹੈਗਾ ਸ਼ਾਂਤੀ ਦਾ ਸਾਗਰ ਹੈ, ਉਹ ਪਿਆਰ ਦਾ ਸਾਗਰ ਹੈ, ਖੁਸ਼ੀਆਂ ਦਾ ਸਾਗਰ ਹੈ, ਗਿਆਨ ਦਾ ਸਾਗਰ ਹੈ ਰੱਬ, ਸ਼ਕਤੀ ਦਾ ਸਾਗਰ ਹੈ, ਪਵਿੱਤਰਤਾ ਦਾ ਸਾਗਰ ਹੈ ਰੱਬ ਆਨੰਦ ਦਾ ਸਾਗਰ ਹੈ। ਇਹ ਸਾਰੇ ਗੁਣ ਜਿਹੜੇ ਸਾਡੀ ਆਤਮਾ ਲੱਭਦੀ ਹੈ ਬਹਿ ਕੇ ਇਹਨਾਂ ਚੀਜ਼ਾਂ ਵਾਸਤੇ, ਉਹ ਸਾਰੀ ਚੀਜ਼ਾਂ ਰੱਬ ਦੇ ਕੋਲ ਭਰੀਆਂ ਪਈਆਂ ਹਨ। ਤੇ ਨਾ ਕੇਵਲ ਭਰੀਆਂ ਹੋਈਆਂ ਨੇ, ਰੱਬ ਕੋਲ ਇਹ ਬੇਅੰਤ ਹੈਗਾ, ਅਨਲਿਮਿਟਿਡ। ਜਿਵੇਂ ਸੂਰਜ ਜੋ ਹੈਗਾ, ਸੂਰਜ ਦੇ ਗਰਮੀ ਜੋ ਹੈਗੀ, ਸੂਰਜ ਕੋਲ ਇੱਕ ਅਨਲਿਮਿਟਿਡ ਧੁੱਪ ਹੁੰਦੀ ਹੈ, ਅਨਲਿਮਿਟਿਡ ਗਰਮੀ ਹੁੰਦੀ ਹੈ, ਰਾਈਟ। ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿੰਨੀ ਦੇਰ ਬਾਅਦ ਸੂਰਜ ਦੇ ਕੋਲ ਬੈਠ ਸਕੀਏ ਤੇ ਸੂਰਜ ਦੀ એનર્ਜੀ ਨੂੰ ਲੈ ਸਕੀਏ। ਉਸੇ ਤਰੀਕੇ ਨਾਲ ਰੱਬ ਕੋਲ ਇਹ ਸਾਰੀਆਂ ਸ਼ਕਤੀਆਂ, ਪਿਆਰ, ਖੁਸ਼ੀ, ਸ਼ਾਂਤੀ ਸਭ ਬੇਅੰਤ ਭਰਿਆ ਹੋਇਆ ਹੈ।
ਸਿਰਫ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਰੱਬ ਨਾਲ ਕਿੰਨੀ ਦੇਰ ਕਨੈਕਟਡ ਰਹਿੰਦੇ ਹਾਂ ਤੇ ਅਸੀਂ ਕਿੰਨਾ ਰੱਬ ਤੋਂ ਇਹ ਸਾਰੇ ਗੁਣ ਲੈਂਦੇ ਹਾਂ। ਮਗਰ ਰੱਬ ਕੋਲ ਕੋਈ ਘਾਟ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ। ਇਹ ਨਹੀਂ ਕਿ ਮੈਂ ਲੈ ਲਾਂਗਾ ਤੇ ਤੁਹਾਨੂੰ ਨਹੀਂ ਮਿਲੇਗਾ ਤੇ ਤੁਸੀਂ ਲੈ ਲਓਗੇ ਤੇ ਮੈਨੂੰ ਨਹੀਂ ਮਿਲੇਗਾ। ਰੱਬ ਕੋਲ ਸਾਰਿਆਂ ਵਾਸਤੇ ਬਹੁਤ ਹੈਗਾ। ਜਿਵੇਂ ਸੂਰਜ ਕੋਲ ਸਾਰਿਆਂ ਵਾਸਤੇ ਹੈਗੀ ਹੈ ਧੁੱਪ। ਸਾਰੇ ਧਰਤੀ ਦੇ 8 ਬਿਲੀਅਨ ਲੋਕੀ ਵੀ ਇਕੱਠੇ ਆ ਜਾਣ ਬਾਹਰ ਆਪਣੇ ਘਰਾਂ ਦੇ ਤਾਂ ਵੀ ਸਾਰਿਆਂ ਵਾਸਤੇ ਸੂਰਜ ਕੋਲ ਗਰਮੀ ਹੈਗੀ ਹੈ। ਸੂਰਜ ਕਦੇ ਨਹੀਂ ਕਹੇਗਾ ਮੈਂ ਥੱਕ ਗਿਆ ਕਿ ਮੇਰੇ ਕੋਲ ਗਰਮੀ ਨਹੀਂ ਹੈਗੀ, ਮੇਰੇ ਕੋਲ ਧੁੱਪ ਨਹੀਂ ਬਚੀ ਅੱਜ ਦੀ ਹੋਰ। ਤੇ ਪਰਮਾਤਮਾ ਜੋ ਹੈਗਾ ਉਹ ਸਿਰਫ ਦਿੰਦਾ ਰਹਿੰਦਾ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਪਰਮਾਤਮਾ ਸਿਰਫ ਦਿੰਦਾ ਹੀ ਦਿੰਦਾ ਹੈ। ਪਰਮਾਤਮਾ ਸਾਡੇ ਤੋਂ ਕੁਝ ਨਹੀਂ ਮੰਗਦਾ ਬਦਲੇ ਵਿੱਚ। ਦੇਣ ਦਾ ਸਾਗਰ ਹੈ ਪਰਮਾਤਮਾ। ਪਰਮਾਤਮਾ ਨੂੰ ਸਾਡੇ ਤੋਂ ਕੁਝ ਨਹੀਂ ਚਾਹੀਦਾ। ਉਹਦੇ ਕੋਲ ਸਭ ਕੁਝ ਹੈਗਾ ਜੋ ਉਹਨੂੰ ਆਪਣੇ ਆਪ ਵਾਸਤੇ ਚਾਹੀਦਾ ਹੈ। ਤੇ ਪਰਮਾਤਮਾ ਜੋ ਹੈਗਾ ਉਹ ਕਦੇ ਖਾਲੀ ਨਹੀਂ ਹੁੰਦਾ। ਉਹਦੇ ਕੋਲ ਸਾਰੀ ਚੀਜ਼ਾਂ ਭਰੀਆਂ ਹੋਈਆਂ ਨੇ। ਗੁਰਬਾਣੀ ਲਿਖਿਆ ਹੈ ਕਿ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਪਰਮਾਤਮਾ ਊਚ ਹੈ, ਅਪਾਰ ਹੈ, ਬੇਅੰਤ ਹੈ। ਪਰਮਾਤਮਾ ਦੇ ਗੁਣਾਂ ਨੂੰ ਅਸੀਂ ਜਾਣ ਹੀ ਨਹੀਂ ਸਕਦੇ। ਇੰਨੇ ਗੁਣ ਨੇ ਪਰਮਾਤਮਾ ਦੇ ਵਿੱਚ ਕਿ ਅਸੀਂ ਜਿੰਨਾ ਮਰਜ਼ੀ ਪਰਮਾਤਮਾ ਦੀ ਮਹਿਮਾ ਗਾਈਏ, ਅਸੀਂ ਪਰਮਾਤਮਾ ਨੂੰ ਫਿਰ ਵੀ ਅਸੀਂ ਨਹੀਂ ਜਾਣ ਸਕਦੇ। ਇੰਨੇ ਗੁਣ ਭਰੇ ਹੋਏ ਨੇ ਪਰਮਾਤਮਾ ਦੇ ਅੰਦਰ। ਗੁਰਬਾਣੀ 'ਚ ਇਹ ਵੀ ਲਿਖਿਆ ਕਿ ਤਾਤੀ ਵਾਵ ਨਾ ਲੱਗ ਗਈ, ਪਾਰ ਬ੍ਰਹਮ ਸਰਨਾਈ। ਜਦ ਅਸੀਂ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਕੁਝ ਵੀ ਨਹੀਂ ਹੋ ਸਕਦਾ। ਤਾਤੀ ਵਾਵ ਨਾ ਲੱਗ ਗਈ ਮੀਨ ਸਾਨੂੰ ਕੋਈ ਤਰ੍ਹਾਂ ਦੀ ਦਰਦ, ਕੋਈ ਤਰੀਕੇ ਦਾ ਦੁੱਖ ਸਾਨੂੰ ਮਹਿਸੂਸ ਹੋ ਹੀ ਨਹੀਂ ਸਕਦਾ ਜਦ ਅਸੀਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹਾਂ। ਸਾਨੂੰ ਦੁੱਖ, ਸਾਨੂੰ ਦਰਦ, ਸਾਨੂੰ ਟੈਨਸ਼ਨ, ਘਬਰਾਹਟ ਤਦੇ ਹੀ ਹੁੰਦੀ ਹੈ ਜਦ ਅਸੀਂ ਆਪਣੇ ਆਪ ਨੂੰ ਇਹ ਸਰੀਰ ਸਮਝ ਬਹਿ ਜਾਂਦੇ ਹਾਂ। ਆਪਣੇ ਆਪ ਨੂੰ ਸਰੀਰ, ਬੋਡੀ ਕੌਨਸ਼ੀਅਸਨੈਸ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਜਿਹੜੇ ਅਸੀਂ ਰੋਲਸ ਨਿਭਾ ਰਹੇ ਹਾਂ ਧਰਤੀ ਦੇ ਉੱਤੇ, ਅਸੀਂ ਹੁਣ ਆਪਣੇ ਆਪ ਨੂੰ ਰੋਲ ਕੌਨਸ਼ੀਅਸ ਹੋ ਕੇ ਉਹਨਾਂ ਰੋਲਸ ਦੇ ਵੀ ਦੇਖਣ ਪੈ ਜਾਂਦੇ ਹਾਂ। ਤਾਂ ਹੀ ਸਾਨੂੰ ਸਭ ਤੋਂ ਜ਼ਿਆਦਾ ਘਬਰਾਹਟ ਹੁੰਦੀ ਹੈ। ਮਗਰ ਜਿੰਨਾ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਰਹਿੰਦੇ ਹਾਂ ਤਾਂ ਸਾਨੂੰ ਪਰਮਾਤਮਾ ਦੇ ਨਾਲ ਕੋਈ ਦਰਦ ਨਹੀਂ, ਕੋਈ ਦੁੱਖ ਨਹੀਂ, ਕੋਈ ਉਹ ਨਹੀਂ ਹੁੰਦਾ ਸਾਨੂੰ ਪਰਮਾਤਮਾ ਦੇ ਨਾਲ ਰਹਿ ਕੇ। ਤੇ ਅਸੀਂ ਅੱਜ ਦੇ ਸੈਸ਼ਨ ਅਸੀਂ ਪਰਮਾਤਮਾ ਦੇ ਬਾਰੇ ਜਾਣ ਰਹੇ ਹਾਂ ਕਿ ਪਰਮਾਤਮਾ ਕੌਣ ਹੈ। ਕੋਈ ਵੀ ਚੀਜ਼ ਨੂੰ ਜਾਣਨਾ ਹੋਵੇ ਨਾ, ਉਹਦੇ 4 ਐਟਰੀਬਿਊਟਸ ਹੁੰਦੇ ਨੇ। ਉਹਦਾ ਨਾਮ, ਅਸੀਂ ਜਾਣਾਂਗੇ ਪਰਮਾਤਮਾ ਦਾ ਨਾਮ ਕੀ ਹੈਗਾ। ਦੂਜਾ ਹੁੰਦਾ ਉਹਦਾ ਰੂਪ, ਉਹਦਾ ਫਾਰਮ ਕੀ ਹੈਗਾ। ਤੇ ਅਸੀਂ ਅੱਜ ਜਾਣਾਂਗੇ ਪਰਮਾਤਮਾ ਦਾ ਫਾਰਮ ਕੀ ਹੈਗਾ। ਤੀਜਾ ਉਹਦਾ ਉਸ ਚੀਜ਼ ਦਾ ਦੇਸ਼, ਕਿ ਉਹ ਕਿੱਥੇ ਨਿਵਾਸ ਕਰਦਾ ਹੈ। ਤੇ ਅਸੀਂ ਜਾਣਾਂਗੇ ਅੱਜ ਕਿ ਪਰਮਾਤਮਾ ਕਿੱਥੇ ਨਿਵਾਸ ਕਰਦਾ ਹੈ। ਤੇ ਚੌਥਾ ਕਿ ਕਾਲ, ਉਹ ਕਿਹੜੇ ਟਾਈਮ ਤੇ ਉਹ ਚੀਜ਼ ਐਗਜ਼ਿਸਟ ਕਰਦੀ ਸੀ। ਤੇ ਅਸੀਂ ਪਰਮਾਤਮਾ ਦੇ ਬਾਰੇ ਵਿੱਚ ਜਾਣਾਂਗੇ ਪਰਮਾਤਮਾ ਕਿਹੜੇ ਕਾਲ ਵਿੱਚ ਹੈ। ਤੇ ਪਰਮਾਤਮਾ ਦੇ ਬਾਰੇ ਟਾਈਮ ਦੇ ਨਾਲ ਅਲੱਗ-ਅਲੱਗ ਤਰੀਕਿਆਂ ਵਿੱਚ, ਅਲੱਗ-ਅਲੱਗ ਧਰਮਾਂ ਵਿੱਚ, ਅਲੱਗ-ਅਲੱਗ ਤਰੀਕਿਆਂ ਵਿੱਚ ਪਰਮਾਤਮਾ ਨੂੰ ਅਸੀਂ ਸਾਰਿਆਂ ਨੇ ਅਲੱਗ-ਅਲੱਗ ਤਰੀਕੇ ਨਾਲ ਜਾਣਿਆ ਹੈ। ਤੇ ਅਸੀਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਤਰੀਕੇ ਨਾਲ ਅਸੀਂ ਰੱਬ ਨੂੰ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਕਹਿੰਦਾ ਹੈ ਕਿ ਪਰਮਾਤਮਾ ਨਿਰਾਕਾਰ ਹੈ, ਗੋਡ ਇਜ਼ ਇਨਕੋਰਪੋਰੀਅਲ, ਮੀਨਸ ਕਿ ਰੱਬ ਜੋ ਹੈ ਇੱਕ ਪੁਆਇੰਟ ਆਫ એનર્ਜੀ ਹੈਗਾ ਜਿਹਦਾ ਕੋਈ ਫਾਰਮ ਜਾਂ ਕੋਈ ਸ਼ੇਪ, ਕੋਈ ਰੂਪ ਨਹੀਂ ਹੈ। ਮਗਰ ਕਿਸੇ ਨੇ ਇਹ ਵੀ ਕਿਹਾ ਕਿ ਪਰਮਾਤਮਾ ਦੇ ਸਾਕਾਰ ਹੈ। ਪਰਮਾਤਮਾ ਤੇ ਰਾਮਚੰਦਰ ਜੀ ਵਿੱਚ ਪ੍ਰਵਸਦਾ ਹੈ, ਪਰਮਾਤਮਾ ਗੁਰੂ ਨਾਨਕ ਦੇਵ ਜੀ ਹੈ, ਪਰਮਾਤਮਾ ਜੀਸਸ ਕ੍ਰਾਈਸਟ ਹੈ। ਤੇ ਅਸੀਂ ਕਿਹਨੂੰ ਮੰਨੀਏ ਕਿ ਪਰਮਾਤਮਾ ਨਿਰਾਕਾਰ ਹੈ ਕਿ ਪਰਮਾਤਮਾ ਸਾਕਾਰ ਹੈ। ਕਿਸੇ ਨੇ ਕਿਹਾ ਕਿ ਪਰਮਾਤਮਾ ਜੋ ਹੈਗਾ ਉਹ ਨੇਚਰ ਹੈ, ਨੇਚਰ ਇਜ਼ ਗੋਡ। ਤੇ ਤਾਂ ਹੀ ਕੋਈ ਪੇੜਾਂ ਦੀ ਪੂਜਾ ਕਰ ਰਿਹਾ ਹੈ ਤੇ ਕੋਈ ਗਾਂ ਦੀ ਪੂਜਾ ਕਰ ਰਿਹਾ ਹੈ, ਕੋਈ ਨਦੀ ਦੀ ਪੂਜਾ ਕਰ ਰਿਹਾ ਹੈ, ਕੋਈ ਹਵਨ ਜਲਾ ਕੇ ਅੱਗ ਦੀ ਪੂਜਾ ਕਰ ਰਿਹਾ ਹੈ, ਤੇ ਕੋਈ ਜੰਗਲ ਜਾ ਕੇ ਤਪੱਸਿਆ ਕਰ ਰਿਹਾ ਬਹਿ ਕੇ। ਤੇ ਅਸੀਂ ਅੱਜ ਦੇਖਾਂਗੇ ਕਿ ਇਹਨਾਂ ਵਿੱਚੋਂ ਜਿੰਨੇ ਪਰਸੈਪਸ਼ਨਸ ਹੈਗੇ ਨੇ ਰੱਬ ਦੇ ਬਾਰੇ ਟਾਈਮ ਦੇ ਨਾਲ ਅਸੀਂ ਜਿੰਨੇ ਅਲੱਗ ਤਰੀਕਿਆਂ ਨਾਲ ਰੱਬ ਨੂੰ ਜਾਣਿਆ, ਇਹਨਾਂ ਵਿੱਚੋਂ ਕਿਹੜੀ ਚੀਜ਼ ਸੱਚ ਹੈਗੀ ਹੈ। ਕਿਸੇ ਨੇ ਕਿਹਾ ਕਿ ਪਰਮਾਤਮਾ ਸਰਵ ਵਿਆਪੀ ਹੈ। ਪਰਮਾਤਮਾ ਹਰ ਜਗ੍ਹਾ ਹੈਗਾ, ਹਰ ਥਾਂ ਵਿੱਚ, ਹਰ ਚੀਜ਼ ਵਿੱਚ ਪਰਮਾਤਮਾ ਵਸਦਾ ਹੈ। ਬਾਲਟੀ ਵਿੱਚ ਵੀ ਪਰਮਾਤਮਾ, ਕੁਰਸੀ ਵਿੱਚ ਵੀ ਪਰਮਾਤਮਾ, ਚੱਕੂ ਵਿੱਚ ਵੀ ਪਰਮਾਤਮਾ, ਟਮਾਟਰ ਦੇ ਅੰਦਰ ਹੀ ਪਰਮਾਤਮਾ, ਕੋਈ ਗਲਤ ਕੰਮ ਕਰਨ ਵਾਲਾ ਉਹਦੇ ਅੰਦਰ ਹੀ ਪਰਮਾਤਮਾ। ਕੁੱਤੇ, ਬਿੱਲੀਆਂ ਉਹਦੇ ਵਿੱਚ ਵੀ ਵਸਦਾ, ਪਰਮਾਤਮਾ ਖਾਣੇ ਦੇ ਵਿੱਚ ਵੀ ਵਸਦਾ।
ਇਹ ਕਿਹਾ ਕਿ ਪਰਮਾਤਮਾ ਸਰਵ ਵਿਆਪੀ ਹੈ। ਤੇ ਇਹਨਾਂ ਵਿੱਚੋਂ ਅਸੀਂ ਕਿਵੇਂ ਡਿਸਾਈਡ ਕਰੀਏ ਕਿ ਕਿਹੜਾ ਬਿਲੀਫ ਸਿਸਟਮ ਜੋ ਹੈਗਾ ਉਹ ਸਹੀ ਹੈਗਾ? ਇੰਨੇ ਸਾਰੇ ਲੋਕਾਂ ਨੇ ਇੰਨੇ ਅਲੱਗ-ਅਲੱਗ ਡਿਸਕ੍ਰਿਪਸ਼ਨ ਦਿੱਤੀ ਰੱਬ ਦੀ, ਤੇ ਅਸੀਂ ਕਿਸੇ ਨੂੰ ਅੰਧ ਵਿਸ਼ਵਾਸ ਨਾਲ ਉਹ ਨਹੀਂ ਕਰਨਾ ਪਏਗਾ ਕਿ ਜਸਟ ਬਿਕੋਜ਼ ਕਿਸੇ ਨੇ ਕਹਿ ਦਿੱਤਾ ਮੈਨੂੰ ਕਿ ਰੱਬ ਹੈ ਤੇ ਮੈਂ ਉਹਨੂੰ ਬਲਾਈਂਡਲੀ ਬਿਲੀਵ ਕਰ ਲਾਂ। ਨਹੀਂ, ਅਸੀਂ ਬਲਾਈਂਡਲੀ ਬਿਲੀਵ ਨਹੀਂ ਕਰਨਾ ਕਿਸੇ ਨੂੰ ਵੀ। ਅਸੀਂ ਆਪਣੇ ਉਹਦੇ ਨਾਲ ਡਿਸਾਈਡ ਕਰਨਾ ਹੈ ਕਿ ਆਪਣੀ ਇੰਟੈਲੈਕਟ ਦੇ ਨਾਲ ਡਿਸਾਈਡ ਕਰਨਾ ਹੈ ਕਿ ਸਾਨੂੰ ਕੀ ਲੱਗਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਬਿਲੀਫ ਸਿਸਟਮ ਕਰੈਕਟ ਹੈਗਾ, ਕਿ ਰੱਬ ਜੋ ਹੈਗਾ ਉਹ ਕੌਣ ਹੈਗਾ, ਕਿਹੜੇ ਇਹਨਾਂ ਵਿੱਚੋਂ ਕਿਹੜੀ ਚੀਜ਼ ਕਰੈਕਟ ਡਿਸਕ੍ਰਿਪਸ਼ਨ ਹੈਗੀ ਹੈ ਰੱਬ ਦੀ। ਤੇ ਜਿਵੇਂ ਇੱਕ ਸੁਨਾਰ ਹੁੰਦਾ ਜਿਹੜਾ ਸੋਨੇ ਦੀ ਅਸਲੀ ਪਛਾਣ ਕਰ ਸਕਦਾ ਹੈ। ਉਹ ਸੁਨਾਰ ਨੂੰ ਇੱਕ ਬੁੱਧੀ ਹੁੰਦੀ ਹੈ, ਸੁਨਾਰ ਕੋਲ ਇੱਕ ਕ੍ਰਾਈਟੇਰੀਆ ਹੁੰਦਾ ਡਿਸਾਈਡ ਕਰਨ ਵਾਸਤੇ ਕਿ ਕਿਹੜਾ ਸੋਨਾ ਅਸਲੀ ਹੈ ਤੇ ਕਿਹੜਾ ਸੋਨਾ ਨਕਲੀ ਹੈ। ਤੇ ਅਸੀਂ ਉਂਝ ਹੀ ਉਹ ਕ੍ਰਾਈਟੇਰੀਆ ਦੇਖਦੇ ਹਾਂ ਕਿ ਕਿਹੜਾ ਕ੍ਰਾਈਟੇਰੀਆ ਅਸੀਂ ਯੂਜ਼ ਕਰੀਏ ਰੱਬ ਨੂੰ ਜਾਣਨ ਵਾਸਤੇ, ਤਾਂ ਸਾਨੂੰ ਪਤਾ ਲੱਗੇਗਾ ਕਿ ਰੱਬ ਜੋ ਹੈ ਅਸਲੀ ਵਿੱਚ ਉਹ ਇਹਨਾਂ ਵਿੱਚੋਂ ਕਿਹੜੀ ਫਾਰਮ ਹੈਗੀ ਹੈ ਰੱਬ ਦੀ ਅਸਲੀ ਵਿੱਚ। ਤੇ ਪਰਮਾਤਮਾ ਨੂੰ ਦੇ ਅਸਲੀ ਐਟਰੀਬਿਊਟ ਨੂੰ ਜਾਣਨ ਵਾਸਤੇ ਸਾਨੂੰ ਕੋਈ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈਗੀ ਹੈ। ਜਪਜੀ ਸਾਹਿਬ ਵਿੱਚ ਮੂਲ ਮੰਤਰ ਦੇ ਵਿੱਚ ਹੀ ਰੱਬ ਦੀ ਬਹੁਤ ਵੱਡੀ ਪਛਾਣ ਲਿਖੀ ਹੋਈ ਹੈ। ਪਹਿਲੀ ਚੀਜ਼ ਹੈਗੀ ਹੈ ਕਿ ਰੱਬ ਜੋ ਹੈ ਉਹ ਹੈ ਜਿਹਨੂੰ ਸਾਰੇ ਧਰਮ ਦੇ ਲੋਕੀ ਮੰਨਣ। ਸਰਵ ਧਰਮ ਮਾਨੀਏ, ਸਾਰੇ ਧਰਮ ਦੇ ਲੋਕੀ ਉਸ ਰੱਬ ਨੂੰ ਮੰਨਦੇ ਹਨ। ਮੂਲ ਮੰਤਰ ਲਿਖਿਆ ਹੈ ਇੱਕ ਓਮਕਾਰ, ਕਿ ਉਹ ਰੱਬ ਜੋ ਹੈ ਉਹ ਇੱਕ ਹੈ। ਐ ਨਹੀਂ ਕਿ ਹਿੰਦੂਆਂ ਦਾ ਧਰਮ ਰੱਬ ਇਹ ਅਲੱਗ ਹੈ ਤੇ ਮੁਸਲਮਾਨਾਂ ਦਾ ਰੱਬ ਅਲੱਗ ਹੈ ਤੇ ਜੀਸਸ ਤੇ ਕ੍ਰਿਸਚਨ ਦਾ ਰੱਬ ਅਲੱਗ ਹੈ। ਨਹੀਂ, ਹਿੰਦੂ, ਮੁਸਲਿਮ, ਕ੍ਰਿਸਚਨ, ਈਸਾਈ ਇਹ ਸਾਰੇ ਸਾਡੇ ਅਲੱਗ-ਅਲੱਗ ਸਿਰਫ ਫਾਰਮਸ, ਲੇਬਲਸ ਨੇ ਸਾਡੇ ਉੱਤੇ, ਮਗਰ ਅਸਲੀ ਇਹਨਾਂ ਵਿੱਚੋਂ ਅਸੀਂ ਕੋਈ ਅਸਲੀ ਉਹ ਨਹੀਂ ਹੈਗੇ। ਅਸੀਂ ਹਿੰਦੂ, ਮੁਸਲਿਮ, ਸਿੱਖ, ਈਸਾਈ ਅਸੀਂ ਨਹੀਂ ਹੈਗੇ। ਅਸਲੀ ਵਿੱਚ ਅਸੀਂ ਸਾਰੇ ਹੀ ਉਹ ਜੋਤ ਸਰੂਪ ਹੈਗੇ ਹਾਂ ਤੇ ਸਾਰਿਆਂ ਦਾ ਰੱਬ ਜੋ ਹੈਗਾ ਉਹ ਇੱਕ ਹੈਗਾ। ਤੇ ਰੱਬ ਉਹ ਜਿਹਨੂੰ ਸਾਰੇ ਧਰਮ ਦੇ ਲੋਕੀ ਮੰਨਣ, ਐ ਨਹੀਂ ਕਿ ਸਿਰਫ ਹਿੰਦੂ ਮੰਨਣ ਜਾਂ ਸਿਰਫ ਸਿੱਖ ਮੰਨਣ ਜਾਂ ਸਿਰਫ ਕ੍ਰਿਸਚਨ ਮੰਨਣ ਰੱਬ ਨੂੰ। ਦੂਜਾ ਹੈ ਕਿ ਰੱਬ ਜੋ ਹੈਗਾ ਉਹ ਅਜੂਨੀ ਸੈਭੰ, ਰੱਬ ਜੂਨ ਵਿੱਚ ਨਹੀਂ ਆਂਦਾ। ਰੱਬ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੈਗਾ। ਉਹ ਸਰੀਰ ਨਹੀਂ ਲੈਂਦਾ, ਸਰੀਰ ਧਾਰਨ ਨਹੀਂ ਕਰਦਾ ਰੱਬ ਕਦੇ ਵੀ। ਰੱਬ ਜੋ ਹੈ ਉਹ ਅਵਤਰਨ ਹੁੰਦਾ ਪਰਮਾਤਮਾ ਦਾ ਜਨਮ ਨਹੀਂ ਹੁੰਦਾ ਸਰੀਰ ਵਿੱਚ ਸਾਡੇ ਵਾਂਗ। ਤੀਜਾ ਕਿ ਪਰਮਾਤਮਾ ਜੋ ਹੈ ਉਹ ਐਟਰਨਲ ਹੈ। ਐਟਰਨਲ ਮੀਨਸ ਕਿ ਉਹ ਹਮੇਸ਼ਾ ਹੈ, ਐ ਨਹੀਂ ਕਿ ਕੱਲ ਸੀ ਔਰ ਅੱਜ ਨਹੀਂ ਹੈ, ਔਰ ਅੱਜ ਹੈ ਤੇ ਪਰਸੋਂ ਨਹੀਂ ਹੋਏਗਾ। ਸਤ ਨਾਮ ਲਿਖਿਆ ਗੁਰਬਾਣੀ ਵਿੱਚ, ਰਾਈਟ? ਪਰਮਾਤਮਾ ਸਤ ਨਾਮ ਹੈ। ਸਤ ਮੀਨਸ ਹਮੇਸ਼ਾ ਹੈ। ਪਰਮਾਤਮਾ ਦਾ ਨਾਮ ਹਮੇਸ਼ਾ ਐਗਜ਼ਿਸਟ ਕਰਦਾ ਸੀਗਾ, ਪਹਿਲੇ ਵੀ ਕਰਦਾ ਸੀਗਾ ਤੇ ਅੱਜ ਵੀ ਕਰਦਾ ਤੇ ਕੱਲ ਵੀ ਐਗਜ਼ਿਸਟ ਕਰੇਗਾ। ਪਰਮਾਤਮਾ ਐਟਰਨਲ ਹੈ ਰੱਬ। ਤੇ ਪਰਮਾਤਮਾ ਜੋ ਹੈ ਉਹ ਆਲਮਾਈਟੀ ਹੈਗਾ, ਸਰਵ ਸ਼ਕਤੀਮਾਨ, ਸਭ ਤੇ ਉੱਚਾ ਸਤਗੁਰ, ਉਹ ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਨੂੰ ਦਾ ਦੇਖਣ ਵਾਲਾ, ਸਾਰਾ ਕੁਝ ਕਰਨ ਵਾਲਾ ਉਹ ਰੱਬ ਹੀ ਹੈਗਾ। ਤੇ ਪਰਮਾਤਮਾ ਜੋ ਹੈ ਉਹ ਹਮੇਸ਼ਾ ਸਟੇਬਲ ਰਹਿੰਦਾ ਹੈ, ਪਰਮਾਨੈਂਟ ਹੈ, ਕਦੇ ਬਦਲਦਾ ਨਹੀਂ ਪਰਮਾਤਮਾ। ਐ ਨਹੀਂ ਕਿ ਅੱਜ ਛੋਟਾ ਤੇ ਕੱਲ ਵੱਡਾ, ਤੇ ਅੱਜ ਪਰਮਾਤਮਾ ਥੱਲੇ ਤੇ ਕੱਲ ਪਰਮਾਤਮਾ ਉੱਤੇ। ਨਹੀਂ, ਪਰਮਾਤਮਾ ਕਦੇ ਬਦਲਦਾ ਨਹੀਂ ਹੈ। ਜੇ ਗੁਰਬਾਣੀ ਲਿਖਿਆ ਹੈ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰਮਾਤਮਾ ਆਦ ਤੋਂ ਮਤਲਬ ਬਿਗਨਿੰਗ ਆਫ ਦਿਸ ਵਰਲਡ ਐਰਾ ਤੋਂ ਪਰਮਾਤਮਾ ਐਗਜ਼ਿਸਟ ਕਰਦਾ ਸੀਗਾ, ਜੁਗਾਂ ਤੋਂ ਐਗਜ਼ਿਸਟ ਕਰਦਾ ਆਇਆ ਪਰਮਾਤਮਾ। ਪਰਮਾਤਮਾ ਅੱਜ ਵੀ ਹੈ, ਉਹੀ ਹੈ, ਤੇ ਪਰਮਾਤਮਾ ਕੱਲ ਵੀ ਉਹੀ ਰਹੇਗਾ। ਪਰਮਾਤਮਾ ਕਦੇ ਨਹੀਂ ਬਦਲੇਗਾ। ਤੇ ਹੁਣ ਅਸੀਂ ਪਰਮਾਤਮਾ ਦੇ ਸਾਰੇ ਐਟਰੀਬਿਊਟਸ ਨੂੰ ਜਾਣਿਆ, ਤੇ ਹੁਣ ਅਸੀਂ ਜਾਣਦੇ ਹਾਂ ਕਿ ਪਰਮਾਤਮਾ ਜੋ ਹੈਗਾ ਉਹਦੀ ਫਾਰਮ ਕੀ ਹੈਗੀ ਹੈ। ਅਸੀਂ ਕਿਹਾ ਨਾ ਕਿ ਕੱਲ ਅਸੀਂ ਆਤਮਾ ਦੀ ਫਾਰਮ ਨੂੰ ਜਾਣਿਆ ਸੀਗਾ ਕਿ ਅਸੀਂ ਆਤਮਾ ਪੁਆਇੰਟ ਆਫ ਲਾਈਟ ਹੈਗੇ ਹਾਂ, ਜੋਤੀ ਸਰੂਪ। ਤੇ ਅੱਜ ਅਸੀਂ ਜਾਣਦੇ ਹਾਂ ਕਿ ਪਰਮਾਤਮਾ ਦੀ ਫਾਰਮ ਕੀ ਹੈਗੀ ਹੈ, ਪਰਮਾਤਮਾ ਕਿਵੇਂ ਦਾ ਦਿਖਦਾ ਹੈ। ਇਹਦੇ ਵਾਸਤੇ ਇੱਕ ਐਗਜ਼ਾਮਪਲ ਲੈਣੇ ਛੋਟਾ ਜਿਹਾ, ਜਿਵੇਂ ਇੱਕ ਐਪਲ ਦਾ ਬੀਜ ਹੁੰਦਾ ਹੈ। ਐਪਲ ਦੇ ਬੀਜ ਨੂੰ ਅਸੀਂ ਬੋਨੇ ਆ ਤੇ ਉਹਦੇ ਵਿੱਚੋਂ ਸਾਨੂੰ ਇੱਕ ਐਪਲ ਦਾ ਪੇੜ ਪਲਾਂਟ ਉੱਗਦਾ ਤੇ ਉਹਦੇ ਵਿੱਚੋਂ ਇੱਕ ਐਪਲ ਦਾ ਹੀ ਫਰੂਟ ਮਿਲਦਾ ਹੈ, ਰਾਈਟ? ਬਨਾਨਾ ਦੇ ਕੇਲੇ ਦੇ ਅਸੀਂ ਸੀਡ ਨੂੰ ਬੋਨੇ ਹਾਂ ਤੇ ਉਹਦੇ ਵਿੱਚੋਂ ਇੱਕ ਕੇਲੇ ਦਾ ਪਲਾਂਟ ਉੱਗਦਾ ਹੈ ਤੇ ਇੱਕ ਕੇਲੇ ਦਾ ਫਰੂਟ ਮਿਲਦਾ ਸਾਨੂੰ। ਸਿਮਿਲਰਲੀ
ਜਿਵੇਂ ਜਾਨਵਰਾਂ ਵਿੱਚ ਕਿ ਗਾਂ ਦਾ ਬੱਚਾ ਹੁੰਦਾ ਹੈ, ਉਹਦਾ ਪਿਤਾ ਇੱਕ ਗਾਂ ਹੁੰਦੀ ਹੈ, ਰਾਈਟ। ਜਿਵੇਂ ਇੱਕ ਹਿਊਮਨ ਬੀਇੰਗ ਦਾ ਬੱਚਾ ਹੈਗਾ, ਉਹਦਾ 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 ਪੇਰੈਂਟ ਇੱਕ ਹਿਊਮਨ ਬੀਇੰਗ ਹੀ ਹੁੰਦਾ ਹੈ, ਰਾਈਟ। ਸਿਮਿਲਰਲੀ ਅਸੀਂ ਆਤਮਾ, ਅਸੀਂ ਜੋਤ ਸਰੂਪ ਹੈਗੇ ਹਾਂ। ਅਸੀਂ ਕਿਹਾ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜੇ ਮੈਂ ਜੋਤ ਸਰੂਪ ਆਤਮਾ ਹਾਂ ਤੇ ਮੇਰਾ ਪਿਤਾ ਪਰਮਾਤਮਾ ਉਹ ਕਿਵੇਂ ਦਾ ਹੈ? ਉਹ ਵੀ ਪਰਮ। ਜੇ ਮੈਂ ਆਤਮਾ ਹਾਂ ਤੇ ਮੇਰਾ ਪਿਤਾ ਉਹ ਪਰਮ ਆਤਮਾ ਹੈ, ਉਹ ਵੀ ਆਤਮਾ ਹੈ, ਉਹ ਵੀ ਪੁਆਇੰਟ ਆਫ ਲਾਈਟ ਹੈ। ਜੇ ਮੇਰਾ ਫਾਰਮ ਪੁਆਇੰਟ ਆਫ ਲਾਈਟ ਹੈ ਤੇ ਪਰਮਾਤਮਾ ਦਾ ਫਾਰਮ ਵੀ ਪੁਆਇੰਟ ਆਫ ਲਾਈਟ ਹੀ ਹੈ। ਮੈਂ ਫਰਕ ਹੈਗਾ ਕਿ ਮੈਂ ਆਤਮਾ ਹਾਂ ਤੇ ਉਹ ਪਰਮ ਆਤਮਾ ਹੈ। ਪਰਮ ਆਤਮਾ ਮੀਨਸ ਉਹ ਸਾਰੇ ਗੁਣਾਂ ਤੋਂ ਭਰਿਆ ਹੋਇਆ ਹੈ। ਉਹ ਜਿੰਨੇ ਅਸੀਂ ਪਰਮਾਤਮਾ ਆਤਮਾ ਦੇ ਗੁਣ ਦੇਖੇ, ਨਿੱਜੀ ਗੁਣ, ਪਵਿੱਤਰਤਾ, ਸ਼ਾਂਤੀ, ਪਿਆਰ, ਸ਼ਕਤੀ, ਆਨੰਦ, ਖੁਸ਼ੀਆਂ, ਇਹ ਸਾਰੇ ਗੁਣ ਸਾਡੇ ਆਤਮਾ ਦੇ ਨਿੱਜੀ ਗੁਣ ਹੈਗੇ ਹਨ। ਤੇ ਇਹਨਾਂ ਸਾਰਿਆਂ ਦਾ ਪਰਮਾਤਮਾ ਜੋ ਹੈਗਾ, ਇਹਨਾਂ ਸਾਰਿਆਂ ਗੁਣਾਂ ਦਾ ਸਾਗਰ ਹੈ। ਇਹ ਸਾਰੇ ਗੁਣ ਪਰਮਾਤਮਾ ਦੇ ਅੰਦਰ ਬੇਅੰਤ ਭਰੇ ਹੋਏ ਨੇ। ਤਾਂ ਹੀ ਪਰਮਾਤਮਾ ਨੂੰ ਕਹਿੰਦੇ ਆ ਪਰਮ ਆਤਮਾ, ਸਭ ਤੋਂ ਉੱਚੀ, ਊਚ ਅਪਾਰ ਬੇਅੰਤ ਸੁਆਮੀ। ਤਾਂ ਹੀ ਪਰਮਾਤਮਾ ਨੂੰ ਕਹਿੰਦੇ ਆ ਊਚ ਤੇ ਅਪਾਰ, ਅਨਲਿਮਿਟਿਡ। ਜੇ ਸੂਰਜ ਕੋਲ ਅਨਲਿਮਿਟਿਡ ਗਰਮੀ ਹੈਗੀ ਏ, ਉਹ ਪਰਮਾਤਮਾ ਕੋਲ ਇਹ ਸਾਰੇ ਗੁਣ ਜੋ ਹੈਗੇ ਨੇ ਅਨਲਿਮਿਟਿਡ ਹੈਗੇ ਨੇ। ਤੇ ਐਸੀ ਪਰਮਾਤਮਾ ਦੀ ਫਾਰਮ ਨੂੰ ਜਾਣਿਆ ਕਿ ਪਰਮਾਤਮਾ ਵੀ ਸਾਡੇ ਆਤਮਾ ਦੇ ਵਾਂਗ ਹੀ ਇੱਕ ਪੁਆਇੰਟ ਆਫ ਲਾਈਟ ਦੇ ਫਾਰਮ ਵਿੱਚ ਹੀ ਹੈ, ਰਾਈਟ। ਤੇ ਪਰਮਾਤਮਾ ਵੀ ਇਨਕੋਰਪੋਰੀਅਲ, ਇਨਕੋਰਪੋਰੀਅਲ ਮੀਨਸ ਨਿਰਾਕਾਰ, ਉਹ ਆਕਾਰ ਨਹੀਂ ਹੈਗਾ, ਉਹ ਦੇਹ ਨਹੀਂ ਲੈਂਦਾ ਪਰਮਾਤਮਾ। ਪਰਮਾਤਮਾ ਵੀ ਸਾਡੇ ਵਾਂਗ, ਆਤਮਾ ਦੇ ਵਾਂਗ ਇੱਕ ਪੁਆਇੰਟ ਆਫ ਲਾਈਟ ਹੀ ਹੈ। ਤੇ ਪਰਮਾਤਮਾ ਵੀ ਇਟਰਨਲ ਹੈ। ਇਟਰਨਲ ਮੀਨਸ ਹਮੇਸ਼ਾ ਹੈ, ਸਦਾ ਹੈ। ਐ ਨਹੀਂ ਕਿ ਕੱਲ ਸੀਗਾ, ਅੱਜ ਨਹੀਂ ਹੈ, ਤੇ ਅੱਜ ਹੈ ਤੇ ਕੱਲ ਨਹੀਂ, ਪਰਸੋਂ ਨਹੀਂ ਹੋਏਗਾ। ਪਰਮਾਤਮਾ ਵੀ ਸਦਾ ਹੈ, ਇਟਰਨਲ ਹੈ, ਹਮੇਸ਼ਾ ਰਹਿੰਦਾ ਹੈ। ਗੁਰਬਾਣੀ ਲਿਖਿਆ ਕਿ ਏਕ ਪਿਤਾ ਏਕਸ ਕੇਹਮ ਬਾਰਿਕ, ਤੂੰ ਮੇਰਾ ਗੁਰਹਾਈ। ਉਹ ਸਾਡਾ ਇੱਕ ਪਿਤਾ ਪਰਮਾਤਮਾ, ਉਸੇ ਇੱਕੋ ਪਿਤਾ ਦੇ ਅਸੀਂ ਸਭ ਬੱਚੇ ਹਾਂ। ਤੇ ਉਹ ਸਾਡਾ ਗੁਰਹਾਈ, ਸਾਡਾ ਗੁਰੂ ਹੈ ਪਰਮਾਤਮਾ। ਪਰਮਾਤਮਾ ਦਾ ਰੋਲ ਕੀ ਹੈਗਾ? ਪਰਮਾਤਮਾ ਸਾਨੂੰ ਮਨੁੱਖ ਤੋਂ ਦੇਵਤਾ ਬਣਾਉਂਦਾ ਹੈ। ਗੁਰਬਾਣੀ ਲਿਖਿਆ ਹੈ, ਜਿਨ ਮਾਨਸੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਸ ਪਰਮਾਤਮਾ ਨੇ ਸਾਨੂੰ ਹਿਊਮਨ ਬੀਇੰਗ ਤੋਂ ਡੇਟੀ, ਸਾਨੂੰ ਇਨਸਾਨ ਮਨੁੱਖ ਤੋਂ ਦੇਵਤਾ ਬਣਾਇਆ ਪਰਮਾਤਮਾ ਨੇ। ਉਹ ਪਰਮਾਤਮਾ ਦਾ ਕੰਮ ਹੈ। ਪਰਮਾਤਮਾ ਸਾਨੂੰ ਦੇਵਤਾ ਬਣਾਉਂਦਾ ਹੈ, ਪਰਮਾਤਮਾ ਸਾਨੂੰ ਪਵਿੱਤਰ ਬਣਾਉਂਦਾ ਹੈ। ਪਰਮਾਤਮਾ ਗਿਆਨ ਦਾ ਸਾਗਰ ਹੈ। ਇਹ ਜੋ ਸਾਨੂੰ ਗਿਆਨ ਮਿਲ ਰਿਹਾ ਅੱਜ, ਇਹ ਸਾਰਾ ਪਰਮਾਤਮਾ ਤੋਂ ਦਿੱਤਾ ਹੋਇਆ ਗਿਆਨ ਹੈਗਾ ਡਾਇਰੈਕਟਲੀ। ਤੇ ਗੋਡ ਹੀ ਇਜ਼ ਦ ਬੈਸਟੋਰ ਆਫ ਨੌਲੇਜ। ਪਰਮਾਤਮਾ ਕ੍ਰੀਏਟਰ ਆਫ ਤ੍ਰਿਮੂਰਤੀ, ਪਰਮਾਤਮਾ ਜੋ ਹੈ ਉਹ ਸਥਾਪਨਾ ਕਰਦਾ ਹੈ ਸਾਡੇ ਆਤਮਾਵਾਂ ਦੀ, ਧਰਤੀ ਦੀ। ਪਰਮਾਤਮਾ ਸਾਡੀ ਪਾਲਣਾ ਕਰਦਾ ਹੈ। ਤੇ ਪਰਮਾਤਮਾ ਸਾਡੇ ਵਾਈਸਿਸ ਨੂੰ, ਸਾਡੇ ਜਿਹੜੇ ਅਵਗੁਣ ਹੈਗੇ ਉਹਨਾਂ ਨੂੰ ਮਿਟਾਉਂਦਾ ਹੈ। ਜਨਰੇਟਰ, ਆਪਰੇਟਰ, ਡਿਸਟਰੋਇਰ, ਤਿੰਨਾਂ ਦਾ ਉਹ ਹੈਗਾ ਪਰਮਾਤਮਾ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਦ ਅਸੀਂ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹਾਂ ਤਾਂ ਸਾਨੂੰ ਬੇਅੰਤ ਸੁੱਖ ਮਿਲਦਾ ਹੈ, ਸਾਨੂੰ ਸ਼ੋਭਾ ਮਿਲਦੀ ਹੈ, ਸਾਨੂੰ ਖੁਸ਼ੀ ਮਿਲਦੀ ਹੈ, ਤੇ ਸਾਡੀਆਂ ਸਾਰੀਆਂ ਚਿੰਤਾਵਾਂ ਸਭ ਮਿਟ ਜਾਂਦੀਆਂ ਹਨ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਾਰੀ ਚਿੰਤਾਵਾਂ, ਸਾਰੇ ਦੁੱਖ, ਸਾਰੇ ਦਰਦ, ਇਹ ਸਭ ਮਿਟ ਜਾਂਦੇ ਹਨ ਜਦ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ਰਨ ਵਿੱਚ ਜਾਂਦੇ ਹਾਂ। ਮਗਰ ਉਸ ਪਰਮਾਤਮਾ ਦੀ ਸ਼ਰਨ ਵਿੱਚ ਜਾਣ ਵਾਸਤੇ ਸਾਨੂੰ ਕੀ ਕਰਨਾ ਪਏਗਾ? ਸਾਨੂੰ ਆਪਣੇ ਆਪ ਨੂੰ ਪਹਿਲੇ ਆਤਮਾ ਸਮਝਣਾ ਪਏਗਾ।
ਜਦ ਅਸੀਂ ਆਪਣੇ ਆਪ ਨੂੰ ਉਸ ਆਤਮਾ ਦੇ ਸਰੂਪ ਵਿੱਚ ਦੇਖਾਂਗੇ ਤਾਂ ਹੀ ਅਸੀਂ ਉਸ ਪਰਮਾਤਮਾ ਨੂੰ ਮਿਲ ਪਾਵਾਂਗੇ। ਗੁਰਬਾਣੀ ਲਿਖਿਆ ਨਾ, ਸਾਰਿਆਂ ਨੇ ਸੁਣਿਆ ਹੋਏਗਾ ਸ਼ਬਦ ਦੇ ਸ਼ਿਵਾ ਕੇ ਜੇ ਤੋਂ ਪ੍ਰੇਮ ਖਿਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਅਸੀਂ ਪਰਮਾਤਮਾ ਦੇ ਨਾਲ ਸੱਚਾ ਪਿਆਰ ਕਰਨਾ ਹੈ, ਸੱਚਾ ਪਿਆਰ ਕਰਦੇ ਹਾਂ, ਤਾਂ ਅਸੀਂ ਸਿਰ ਨੂੰ ਆਪਣੀ ਤਲੀ ਤੇ ਧਰ ਕੇ ਜਾਈਏ। ਆਪਣੇ ਸਿਰ ਨੂੰ ਤਲੀ ਤੇ ਧਰਨ ਦਾ ਮਤਲਬ ਕੀ ਹੈਗਾ? ਐ ਨਹੀਂ ਕਿ ਅਸੀਂ ਫਿਜ਼ੀਕਲੀ ਆਪਣੇ ਸਿਰ ਨੂੰ ਕੱਟ ਦਈਏ, ਆਪਣੀ ਗਰਦਨ ਕੱਟ ਦਈਏ, ਫਿਜ਼ੀਕਲੀ ਆਪਣੇ ਹੈਡ ਨੂੰ ਆਪਣੇ ਹੱਥ ਵਿੱਚ ਫੜੀਏ, ਐ ਨਹੀਂ ਹੈ ਮਤਲਬ। ਫਿਜ਼ੀਕਲੀ ਨਹੀਂ ਮਾਰਨਾ ਅਸੀਂ ਆਪਣੇ ਆਪ ਨੂੰ, ਫਿਜ਼ੀਕਲੀ ਨਹੀਂ ਕੱਟਣਾ ਅਸੀਂ ਆਪਣੇ ਆਪ ਨੂੰ। ਅਸੀਂ ਆਪਣੇ ਆਪ ਨੂੰ ਇਸ ਸਰੀਰ ਵਿੱਚ ਰਹਿੰਦੇ ਹੋਏ ਅਸੀਂ ਇਹ ਬੋਡੀ ਕੌਨਸ਼ੀਅਸਨੈਸ ਮਿਟਾਣੀ ਹੈ ਆਪਣੇ ਅੰਦਰੋਂ। ਜੇ ਅਸੀਂ ਆਪਣੇ ਆਪ ਨੂੰ ਆਤਮਿਕ ਸਰੂਪ, ਜੋਤ ਸਰੂਪ ਵਿੱਚ ਦੇਖਦੇ ਹਾਂ, ਤਾਂ ਹੀ ਅਸੀਂ ਪਰਮਾਤਮਾ ਦੇ ਨਾਲ ਆਪਣਾ ਮਿਲਨ ਕਰ ਸਕਦੇ ਹਾਂ। ਤੇ ਆਤਮਾ ਔਰ ਪਰਮਾਤਮਾ ਦੇ ਵਿੱਚ ਕੀ ਸਿਮਿਲੈਰਿਟੀਜ਼ ਨੇ? ਅਸੀਂ ਦੇਖਿਆ, ਅਸੀਂ ਦੋਨੋਂ ਆਤਮਾ ਤੇ ਪਰਮਾਤਮਾ ਦੋਨੋਂ ਪੁਆਇੰਟ ਆਫ ਲਾਈਟ ਹੈਗੇ ਆ, ਦੋਨੋਂ ਇੱਕ ਜੋਤੀ ਸਰੂਪ ਹੈਗੇ ਆ, ਦੋਨੋਂ ਇਨਕॉर्पोरियल ਹਾਂ। ਪਰ ਆਤਮਾ ਵੀ ਮੈਟਾਫਿਜ਼ੀਕਲ ਹੈ, ਪਰਮਾਤਮਾ ਵੀ ਮੈਟਾਫਿਜ਼ੀਕਲ ਹੈ। ਪਰਮਾਤਮਾ ਨੂੰ ਵੀ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ, ਫਿਜ਼ੀਕਲ ਅੱਖਾਂ ਨਾਲ ਨਹੀਂ ਦੇਖ ਸਕਦੇ। ਪਰਮਾਤਮਾ ਨੂੰ ਵੀ ਅਸੀਂ ਮਹਿਸੂਸ ਕਰ ਸਕਦੇ ਹਾਂ ਸਿਰਫ ਤੀਜੀ ਅੱਖ ਦੇ ਨਾਲ। ਆਤਮਾ ਇਟਰਨਲ ਹੈ, ਪਰਮਾਤਮਾ ਵੀ ਇਟਰਨਲ ਹੈ। ਆਤਮਾ ਸਦਾ ਰਹਿੰਦੀ ਹੈ, ਆਤਮਾ ਕਦੇ ਨਹੀਂ ਮਰਦੀ। ਆਤਮਾ ਬਸ ਇੱਕ ਸਰੀਰ ਛੱਡਦੀ ਹੈ, ਦੂਜਾ ਸਰੀਰ ਲੈ ਲੈਂਦੀ ਹੈ, ਚੋਲਾ ਬਦਲਦੀ ਹੈ ਬਸ। ਸਰੀਰ ਸਿਰਫ ਚੋਲਾ ਹੈ ਆਤਮਾ ਦਾ। ਆਤਮਾ ਨੇ ਇੱਕ ਚੋਲਾ ਪਾਇਆ, ਦੂਜਾ ਚੋਲਾ ਛੱਡਿਆ, ਦੂਜਾ ਚੋਲਾ ਲੈ ਲੈਣਾ ਆਤਮਾ ਨੇ। ਮਗਰ ਆਤਮਾ ਪਰਮਾਤਮਾ ਵਿੱਚ ਕੁਝ ਡਿਫਰੈਂਸਸ ਹੈਗੇ ਨੇ, ਦੇ ਆਰ ਨਾਟ 100% ਆਇਡੈਂਟੀਕਲ, ਰਾਈਟ। ਸਭ ਤੋਂ ਵੱਡਾ ਡਿਫਰੈਂਸ ਹੈ ਕਿ ਪਰਮਾਤਮਾ ਇੱਕ ਹੈ ਸਿਰਫ, ਗॉड ਇਜ਼ ਵਨ, ਇੱਕ ਓੰਕਾਰ। ਮਗਰ ਆਤਮਾਵਾਂ ਤੇ ਬਹੁਤ ਹੈਗੀਆਂ ਨੇ, ਸਾਨੂੰ ਪਤਾ ਹੀ ਆਸ-ਪਾਸ ਸਾਡੇ ਕਿੰਨੀਆਂ ਆਤਮਾਵਾਂ ਨੇ, ਤੇ ਆਤਮਾਵਾਂ ਬਹੁਤ ਨੇ ਮਗਰ ਰੱਬ ਇੱਕ ਹੈ। ਆਤਮਾ ਸਰੀਰ ਵਿੱਚ ਜਨਮ ਲੈਂਦੀ ਹੈ, ਮਗਰ ਆਤਮਾ ਨੂੰ ਸਰੀਰ ਮਿਲਦਾ ਹੈ, ਮਗਰ ਪਰਮਾਤਮਾ ਨਿਰਾਕਾਰ ਹੈ। ਪਰਮਾਤਮਾ ਕੋਲ ਕੋਈ ਸਰੀਰ ਨਹੀਂ ਹੈ ਆਪਣਾ। ਪਰਮਾਤਮਾ ਸਿਰਫ ਅਵਤਰਨ ਹੁੰਦਾ ਹੈ, ਇਨਕਾਰਨੇਸ਼ਨ ਹੁੰਦਾ ਹੈ ਗॉड ਦਾ। ਪਰਮਾਤਮਾ ਅਵਤਰਨ ਲੈਂਦੇ ਹਨ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਪਰਮਾਤਮਾ ਅਵਤਰਨ ਲੈਂਦੇ ਹਨ ਤੇ ਸਾਡਾ ਹਿਊਮਨ ਬੋਡੀ ਜੋ ਹੈਗੀ ਹੈ ਉਹ ਐਕਸਪੀਰੀਅੰਸ ਕਰਦੀ ਹੈ, ਕਦੇ ਗਰਮੀ, ਕਦੇ ਸਰਦੀ, ਕਦੇ ਦੁੱਖ, ਕਦੇ ਸੁੱਖ, ਕਦੇ ਪਿਆਰ, ਕਦੇ ਸ਼ਾਂਤੀ, ਕਦੇ ਗੁੱਸਾ। ਉਹ ਸਾਰੀ ਚੀਜ਼ਾਂ ਸਾਡੀ ਹਿਊਮਨ ਬੋਡੀ ਐਕਸਪੀਰੀਅੰਸ ਕਰਦੀ ਹੈ। ਮਗਰ ਪਰਮਾਤਮਾ ਇਹਨਾਂ ਸਾਰੇ ਐਕਸਪੀਰੀਅੰਸ ਤੋਂ ਪਰੇ ਹੈ, ਕਿਉਂਕਿ ਪਰਮਾਤਮਾ ਕੋਲ ਕੋਈ ਦੇਹ ਨਹੀਂ ਹੈਗਾ ਤੇ ਪਰਮਾਤਮਾ ਹਮੇਸ਼ਾ ਕੌਨਸਟੈਂਟ ਰਹਿੰਦਾ ਹੈ। ਪਰਮਾਤਮਾ ਦੇ ਗੁਣ ਜੋ ਉੱਤੇ ਥੱਲੇ ਫਲਕਚੁਏਟ ਨਹੀਂ ਕਰਦੇ ਸਾਡੇ ਵਾਂਗ। ਸਾਡੇ ਹਿਊਮਨ ਦੇ ਗੁਣ ਜੋ ਹੈਗੇ ਨੇ ਆਤਮਾ ਦੇ, ਅਸੀਂ ਫਲਕਚੁਏਟ ਕਰਦੇ ਹਾਂ ਉੱਤੇ ਥੱਲੇ। ਅਸੀਂ ਕਦੇ ਖੁਸ਼ ਹੁੰਦੇ ਹਾਂ, ਕਦੇ ਉਦਾਸ ਹੋ ਜਾਂਦੇ ਹਾਂ, ਮਗਰ ਪਰਮਾਤਮਾ ਨਹੀਂ ਫਲਕਚੁਏਟ ਕਰਦਾ ਕਦੇ ਵੀ। ਪਰਮਾਤਮਾ ਦੀ ਸਟੇਟ ਜੋ ਹੈਗੀ ਉਹ ਹਮੇਸ਼ਾ ਇੱਕੋ ਹੀ ਰਹਿੰਦੀ ਹੈ ਤੇ ਪਰਮਾਤਮਾ ਇਹਨਾਂ ਐਕਸਪੀਰੀਅੰਸਿਸ ਤੋਂ ਪਰੇ ਹੈਗਾ। ਪਰਮਾਤਮਾ ਜਨਮ ਮਰਨ ਦੇ ਸਾਈਕਲ ਤੋਂ ਪਰੇ ਹੈ। ਉਹ ਕੋਈ ਨਾ ਸਰੀਰ ਨਹੀਂ ਲੈਂਦਾ, ਕੋਈ ਆਤਮਾ ਦੇਹ ਵਿੱਚ ਨਹੀਂ ਆਉਂਦਾ, ਤੇ ਪਰਮਾਤਮਾ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੈਗਾ। ਤਾਂ ਅਸੀਂ ਪਹਿਲੇ ਜਾਣਿਆ ਪਰਮਾਤਮਾ ਦਾ ਰੂਪ ਕੀ ਹੈਗਾ, ਪੁਆਇੰਟ ਆਫ ਲਾਈਟ। ਫਿਰ ਅਸੀਂ ਜਾਣਿਆ ਕਿ ਪਰਮਾਤਮਾ ਔਰ ਆਤਮਾ ਵਿੱਚ ਫਰਕ ਕੀ ਹੈਗਾ, ਤੇ ਹੁਣ ਅਸੀਂ ਜਾਣਾਂਗੇ ਕਿ ਸਾਡਾ ਪਰਮਾਤਮਾ ਦੇ ਨਾਲ ਰਿਸ਼ਤਾ ਕੀ ਹੈਗਾ। ਪਰਮਾਤਮਾ ਸਾਡੇ ਸਾਰਿਆਂ ਆਤਮਾਵਾਂ ਦਾ ਪਿਤਾ ਹੈਗਾ। ਜਿਵੇਂ ਲੈਟਸ ਟੇਕ ਐਨ ਐਗਜ਼ਾਮਪਲ ਕਿ ਫਿਜ਼ੀਕਲ ਵਰਲਡ ਦੇ ਵਿੱਚ ਜੇ ਇੱਕ ਫਾਦਰ ਦੇ 4 ਬੱਚੇ ਹੋਣ, ਚਾਰੋਂ ਬੱਚੇ ਇਹੀ ਕਹਿਣਗੇ ਕਿ ਮਾਈ ਫਾਦਰ, ਮੇਰਾ ਪਿਤਾ, ਮੇਰਾ ਪਿਤਾ, ਮੇਰਾ ਪਿਤਾ। ਤੇ ਉਹ ਇੱਕੋ ਫਾਦਰ ਦੇ 4 ਬੱਚੇ ਹੈਗੇ ਨੇ, ਚਾਰੋਂ ਬੱਚੇ ਇਹੀ ਕਹਿੰਦੇ ਨੇ ਮੇਰਾ ਪਿਤਾ, ਰਾਈਟ। ਸਿਮਿਲਰਲੀ ਉਹ ਜਿਹੜਾ ਪਰਮਾਤਮਾ ਹੈਗਾ ਉਹ ਸਾਡੇ ਸਾਰੇ ਆਤਮਾਵਾਂ ਦਾ ਪਿਤਾ ਹੈ। Pita matlab here is not to be taken in the form of a gender ke he is the male father. That's not what it means. It means ke he is the ਉਹ ਸਾਡਾ ਸਾਡੇ ਆਤਮਾਵਾਂ ਦਾ ਪੇਰੈਂਟ ਹੈਗਾ, eternal parent, right? ਅਸੀਂ ਦੇਖਦੇ ਹਾਂ ਕਿ ਪਰਮਾਤਮਾ ਦੇ ਨਾਲ ਸਾਡੇ ਕਿਹੜੇ ਕਿਹੜੇ ਰਿਸ਼ਤੇ ਨੇ। ਪਰਮਾਤਮਾ ਸਾਡਾ ਪਿਤਾ ਹੈ,
ਫਿਜ਼ੀਕਲ ਵਰਲਡ ਵਿੱਚ ਪਿਤਾ ਤੋਂ ਬੱਚਿਆਂ ਨੂੰ ਪਿਤਾ ਤੋਂ ਵਰਸਾ ਮਿਲਦਾ ਹੈ ਤੇ ਸਾਨੂੰ ਪਰਮਾਤਮਾ ਤੋਂ ਵਰਸਾ ਮਿਲਦਾ ਹੈ। ਕਿਹੜਾ ਵਰਸਾ ਮਿਲਦਾ ਹੈ? ਪਰਮਾਤਮਾ ਤੋਂ ਸਾਨੂੰ ਖੁਸ਼ੀ, ਸ਼ਾਂਤੀ, ਪਿਆਰ, ਸ਼ਕਤੀ, ਆਨੰਦ, ਪਵਿੱਤਰਤਾ, ਇਹ ਸਾਰੇ ਵਰਸੇ ਮਿਲਦੇ ਹਨ ਪਿਤਾ ਦੇ ਰੂਪ ਵਿੱਚ ਪਰਮਾਤਮਾ ਤੋਂ ਸਾਨੂੰ। ਪਰਮਾਤਮਾ ਸਾਡੀ ਮਾਂ ਵੀ ਹੈਗਾ। ਇੱਕ ਮਾਂ ਜੋ ਹੈ ਬੱਚਿਆਂ ਦੀ ਪਾਲਣਾ ਕਰਦੀ ਹੈ ਤੇ ਪਰਮਾਤਮਾ ਵੀ ਇੱਕ ਮਾਂ ਵਾਂਗ ਸਾਡੀ ਪਾਲਣਾ ਕਰਦਾ ਹੈ। ਸਾਡੀ ਸਾਰੀ ਆਤਮਾਵਾਂ ਦੀ ਪਰਮਾਤਮਾ ਪਾਲਣਾ ਕਰਦਾ ਹੈ ਸਾਡੀ ਮਾਂ ਬਣ ਕੇ। ਪਰਮਾਤਮਾ ਸਾਡਾ ਟੀਚਰ ਹੈ, ਸਾਡਾ ਗੁਰੂ ਹੈ। ਪਰਮਾਤਮਾ ਸਾਨੂੰ ਗਿਆਨ ਦਿੰਦਾ, ਪਰਮਾਤਮਾ ਸਾਨੂੰ ਇਹ ਸਿੱਖਿਆ ਦਿੰਦਾ ਬਹਿ ਕੇ ਕਿ ਅਸੀਂ ਸਹੀ ਔਰ ਗਲਤ ਦੀ ਪਛਾਣ ਕਿਵੇਂ ਕਰੀਏ। ਪਰਮਾਤਮਾ ਸਾਡਾ ਸਾਥੀ ਹੈ, ਕੰਪੈਨੀਅਨ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਪਰਮਾਤਮਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਪਰਮਾਤਮਾ ਤੁਹਾਨੂੰ ਕਦੇ ਨਹੀਂ ਛੱਡ ਕੇ ਜਾਂਦਾ। ਪਰਮਾਤਮਾ ਸਾਡਾ ਬਿਲਵਡ ਹੈ, ਮਿੱਤਰ, ਸਾਡਾ ਸਖੀ, ਬੰਧੂ। ਪਰਮਾਤਮਾ ਸਾਡਾ ਬੱਚਾ ਵੀ ਹੈ। ਅਸੀਂ ਆਪਣੇ ਬੱਚੇ ਦਾ ਰਿਸ਼ਤਾ ਵੀ ਪਰਮਾਤਮਾ ਦੇ ਨਾਲ ਨਿਭਾ ਸਕਦੇ ਹਾਂ। ਤੇ ਪਰਮਾਤਮਾ ਸਾਡਾ ਮੀਤ ਵੀ ਹੈਗਾ, ਮਿੱਤਰ ਵੀ ਹੈਗਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪਰਮਾਤਮਾ ਸਾਡਾ ਮਿੱਤਰ ਹੈ। ਤੇ ਪਰਮਾਤਮਾ ਸਾਡਾ ਸਤਿਗੁਰੂ ਵੀ ਹੈ। ਸਤਿਗੁਰ ਕੌਣ ਹੁੰਦਾ? ਸਤਿਗੁਰ ਉਹ ਹੁੰਦਾ ਜਿਹੜਾ ਸਾਨੂੰ ਹਮੇਸ਼ਾ ਸਾਡੇ ਨਾਲ ਰਹੇ, ਜਿਹੜਾ ਸਾਨੂੰ ਕਦੇ ਰਾਹ ਦੇ ਵਿੱਚ ਮਧਾਰ ਵਿੱਚ ਛੱਡ ਕੇ ਨਾ ਜਾਵੇ ਸਾਨੂੰ ਕਦੇ ਵੀ। ਤੇ ਪਰਮਾਤਮਾ ਉਂਝ ਸਤਿਗੁਰ ਵਾਂਗ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਅਸੀਂ ਸਾਰੇ ਰਿਸ਼ਤੇ ਅਸੀਂ ਪਰਮਾਤਮਾ ਦੇ ਨਾਲ ਨਿਭਾਉਂਦੇ ਹਾਂ। ਪਰਮਾਤਮਾ ਕਹਿੰਦਾ ਹੈ ਤੁਹਾਨੂੰ ਜਿਹੜੇ ਰਿਸ਼ਤੇ ਦੀ ਲੋੜ ਹੈਗੀ ਹੈ ਤੁਸੀਂ ਮੇਰੇ ਨਾਲ ਉਹ ਰਿਸ਼ਤਾ ਨਿਭਾਓ। ਤੇ ਇਨਫੈਕਟ ਪਰਮਾਤਮਾ ਕਹਿੰਦਾ ਕਿ ਜਿਹੜਾ ਰਿਸ਼ਤਾ ਤੁਸੀਂ ਮੇਰੇ ਨਾਲ ਨਹੀਂ ਨਿਭਾਓਗੇ ਬਹਿ ਕੇ, ਤੁਹਾਨੂੰ ਉਸੇ ਰਿਸ਼ਤੇ ਦਾ ਦੁੱਖ ਮਿਲੇਗਾ। ਕਿਉਂਕਿ ਅਸੀਂ ਦੂਜੀ ਆਤਮਾਵਾਂ ਤੋਂ ਉਹ ਰਿਸ਼ਤੇ ਐਕਸਪੈਕਟ ਕਰ ਰਹੇ ਹਾਂ ਬਹਿ ਕੇ, ਮਗਰ ਅਸਲੀ ਵਿੱਚ ਸਾਡਾ ਮਾਤਾ, ਸਾਡਾ ਪਿਤਾ, ਸਾਡਾ ਬੰਧੂ, ਸਾਡਾ ਸਖੀ, ਸਾਡਾ ਬੱਚਾ, ਸਾਡਾ ਗੁਰੂ, ਸਭ ਕੁਝ ਪਰਮਾਤਮਾ ਹੀ ਹੈ। ਤੇ ਜੇ ਅਸੀਂ ਆਪਣੇ ਇਹ ਸਾਰੇ ਰਿਸ਼ਤੇ ਪਰਮਾਤਮਾ ਦੇ ਨਾਲ ਨਿਭਾ ਲਈਏ ਨਾ ਬਹਿ ਕੇ, ਤੇ ਲੌਕਿਕ ਤੌਰ ਤੇ ਸਾਡੇ ਜਿੰਨੇ ਲੌਕਿਕ ਰਿਲੇਸ਼ਨਸ਼ਿਪਸ ਹੈਗੇ ਨੇ ਸਾਡੇ, ਉਹ ਸਾਰੇ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਆਨੰਦ ਤੇ ਪਿਆਰ ਤੇ ਖੁਸ਼ੀਆਂ ਭਰ ਜਾਣਗੀਆਂ। ਅਸੀਂ ਫਿਜ਼ੀਕਲ ਰਿਲੇਸ਼ਨਸ਼ਿਪ ਤੋਂ ਉਹ ਸਾਰੀਆਂ ਆਤਮਾਵਾਂ ਤੋਂ ਉਹ ਰਿਲੇਸ਼ਨਸ਼ਿਪ ਨਿਭਾਉਣ ਦੇ ਕਰਕੇ ਅਸੀਂ ਉਹਨਾਂ ਆਤਮਾਵਾਂ ਤੋਂ ਐਕਸਪੈਕਟੇਸ਼ਨ ਕਰਨ ਬਹਿ ਜਾਂਦੇ ਆ, ਤੇ ਐਸੇ ਕਰਕੇ ਸਾਨੂੰ ਉਹਨਾਂ ਰਿਸ਼ਤਿਆਂ ਤੋਂ ਦੁੱਖ ਮਿਲਦੇ ਹਨ। ਪਰਮਾਤਮਾ ਕਹਿੰਦਾ ਤੁਹਾਨੂੰ ਜਿਹੜੇ ਰਿਸ਼ਤੇ ਦੀ ਤੁਹਾਨੂੰ ਉਹ ਮਹਿਸੂਸ ਹੁੰਦੀ ਹੈ ਕਮੀ, ਤੁਸੀਂ ਉਹ ਰਿਸ਼ਤਾ ਮੇਰੇ ਨਾਲ ਮਹਿਸੂਸ ਕਰੋ। ਮੈਂ ਤੁਹਾਡੇ ਨਾਲ ਹਾਂ ਹਮੇਸ਼ਾ। ਮੈਂ ਤੁਹਾਡੇ ਨਾਲ ਹਰ ਰਿਸ਼ਤਾ ਨਿਭਾਉਣ ਨੂੰ ਤਿਆਰ ਬੈਠਾ ਤੁਹਾਡੇ ਨਾਲ। ਬਸ ਤੁਸੀਂ ਮੈਨੂੰ ਮਹਿਸੂਸ ਕਰੋ, ਐਕਸਪੀਰੀਅੰਸ ਮੀ ਐਜ਼ ਅ ਫਾਦਰ, ਐਜ਼ ਅ ਮਦਰ, ਐਜ਼ ਅ ਸਪਾਊਸ, ਐਜ਼ ਅ ਚਾਈਲਡ, ਐਜ਼ ਅ ਫਰੈਂਡ। ਜਿਹੜਾ ਰਿਸ਼ਤਾ ਤੁਹਾਨੂੰ ਚਾਹੀਦਾ ਮੈਂ ਹਮੇਸ਼ਾ ਤੁਹਾਡੇ ਨਾਲ ਰੈਡੀ ਬੈਠਾ ਸਾਰੇ ਰਿਸ਼ਤੇ ਨਿਭਾਉਣ ਵਾਸਤੇ ਤੁਹਾਨੂੰ। ਤੇ ਕਮੀ ਸਿਰਫ ਸਾਡੇ ਵਿੱਚ ਹੈ ਕਿ ਅਸੀਂ ਕਿੰਨਾ ਪਰਮਾਤਮਾ ਨੂੰ ਐਕਸਪੀਰੀਅੰਸ ਕਰੀਏ। ਗੁਰਬਾਣੀ ਲਿਖਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪਰਮਾਤਮਾ ਹੀ ਮੇਰਾ ਪਿਤਾ ਹੈ, ਪਰਮਾਤਮਾ ਹੀ ਮੇਰਾ ਮਾਤਾ ਹੈ, ਪਰਮਾਤਮਾ ਹੀ ਮੇਰਾ ਬੰਧੂ ਹੈ ਤੇ ਪਰਮਾਤਮਾ ਹੀ ਮੇਰਾ ਸਖੀ ਵੀ ਹੈ। ਤੇ ਅਸੀਂ ਪਹਿਲੇ ਪਰਮਾਤਮਾ ਦਾ ਫਾਰਮ ਜਾਣਿਆ ਕਿ ਪਰਮਾਤਮਾ ਦੀ ਫਾਰਮ ਪੁਆਇੰਟ ਆਫ ਲਾਈਟ ਹੈਗੀ ਹੈ। ਫਿਰ ਅਸੀਂ ਪਰਮਾਤਮਾ ਦਾ ਜਾਣਿਆ ਕਿ ਪਰਮਾਤਮਾ ਨਾਲ ਸਾਡਾ ਰਿਸ਼ਤਾ ਕੀ ਹੈਗਾ। ਤੇ ਹੁਣ ਅਸੀਂ ਜਾਣਦੇ ਹਾਂ ਪਰਮਾਤਮਾ ਦਾ ਨਾਂ ਕੀ ਹੈਗਾ। ਸ਼ਿਵ ਜੋ ਵਰਡ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰ ਲਿਖਿਆ ਗਿਆ ਕਿ ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰ ਮਨ ਤੇ ਕਬਹੂ ਨ ਟਰੋ। ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵ ਪਰਮਾਤਮਾ ਤੋਂ ਉਹ ਪਰਮਾਤਮਾ ਸ਼ਿਵ ਤੋਂ ਉਹ ਵਰਦਾਨ ਮੰਗਿਆ ਸੀਗਾ ਕਿ ਪਰਮਾਤਮਾ ਮੈਨੂੰ ਉਹ ਵਰਦਾਨ ਦਿਓ ਕਿ ਮੈਨੂੰ ਕੋਈ ਸ਼ੁਭ ਕੰਮ, ਚੰਗੇ ਕੰਮ ਕਰਨ ਤੋਂ ਮੈਂ ਕਦੇ ਪਿੱਛੇ ਨਾ ਹਟਾਂ। महादेव को कहत सदाशिव, निरंकार का कहनत मोपिव। ਤੇ ਪਰਮਾਤਮਾ ਜੋ ਹੈਗਾ ਉਹ ਸਦਾ ਸ਼ਿਵ ਮੀਨਸ ਬੈਨੀਫੈਕਟਰ, ਉਹ ਦੇਣ ਵਾਲਾ। ਤੇ ਸਦਾ ਮੀਨਸ ਐਟਰਨਲ, ਆਲਵੇਜ਼, ਉਹ ਹਮੇਸ਼ਾ ਹੈ। ਐ ਨਹੀਂ ਕਿ ਕਦੇ ਸੀਗਾ ਕਦੇ ਨਹੀਂ ਹੈਗਾ, ਉਹ ਕਨਸਟੈਂਟ ਰਹਿੰਦਾ। ਪਰਮਾਤਮਾ ਹਮੇਸ਼ਾ ਸਟੇਬਲ ਰਹਿੰਦਾ ਹੈ। ਪਰਮਾਤਮਾ ਦੇ ਵਰਚੂਜ਼ ਜੋ ਗੁਣ ਹੈਗੇ ਨੇ ਉਹ ਕਦੇ ਨਹੀਂ ਉੱਤੇ ਥੱਲੇ ਹੁੰਦੇ। ਪਰਮਾਤਮਾ ਦੇ ਗੁਣ, ਪਰਮਾਤਮਾ ਗੁਣਾ, ਸ਼ਾਂਤੀ, ਪਿਆਰ, ਸ਼ਕਤੀ ਸਾਰਿਆਂ ਨਾਲ ਹਮੇਸ਼ਾ ਭਰਿਆ ਰਹਿੰਦਾ ਹੈ। ਤੇ
ਪਰਮਾਤਮਾ ਨੂੰ ਅਲੱਗ-ਅਲੱਗ ਸਾਰੇ ਆਤਮਾ ਦਾ ਪਿਤਾ ਹੈ ਤੇ ਅਸੀਂ ਸਾਰੇ ਪਰਮਾਤਮਾ ਨੂੰ ਅਲੱਗ-ਅਲੱਗ ਨਾਮ ਤੋਂ ਬੁਲਾਉਂਦੇ ਆ। ਸ਼ਿਵ ਬਾਬਾ ਕਹਿੰਦੇ ਆ, ਅਸੀਂ ਪਰਮਾਤਮਾ ਕਹਿੰਦੇ ਆ, ਕੋਈ ਅੱਲਾ ਕਹਿੰਦਾ ਹੈ, ਕੋਈ ਯਹੋਵਾ ਕਹਿੰਦਾ ਹੈ, ਕੋਈ ਹੈਵਨਲੀ ਫਾਦਰ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਅਕਾਲ ਪੁਰਖ ਕਹਿੰਦਾ ਹੈ। ਤੁਸੀਂ ਜਿਹੜੇ ਮਰਜ਼ੀ ਨਾਂ ਤੋਂ ਪਰਮਾਤਮਾ ਨੂੰ ਬੁਲਾ ਲਓ, ਜਿਹੜੇ ਨਾਮ ਦੇ ਨਾਲ ਤੁਹਾਨੂੰ ਮਨ ਦੇ ਵਿੱਚ ਇੱਕ ਫੀਲਿੰਗ ਆਵੇ, ਤੁਸੀਂ ਉਸ ਨਾਮ ਨਾਲ ਬੁਲਾ ਲਓ ਰੱਬ ਨੂੰ। ਜਿਹੜੇ ਰਿਸ਼ਤੇ ਵਿੱਚ ਤੁਹਾਨੂੰ ਕਮੀ ਮਹਿਸੂਸ ਹੁੰਦੀ ਹੈ, ਤੁਸੀਂ ਉਸ ਰਿਸ਼ਤੇ ਨਾਲ ਪਰਮਾਤਮਾ ਨੂੰ ਦੇਖ ਲਓ। ਪਰਮਾਤਮਾ ਹਰ ਰਿਸ਼ਤਾ ਤੁਹਾਡੇ ਨਾਲ ਨਿਭਾਉਣ ਨੂੰ ਤਿਆਰ ਹੈਗਾ। ਤੇ ਅਸੀਂ ਪਹਿਲੇ ਜਾਣਿਆ ਕਿ ਪਰਮਾਤਮਾ ਦਾ ਫਾਰਮ ਜੋ ਹੈਗਾ ਉਹ ਪੁਆਇੰਟ ਆਫ ਲਾਈਟ ਹੈ। ਫਿਰ ਅਸੀਂ ਜਾਣਿਆ ਕਿ ਸਾਡਾ ਪਰਮਾਤਮਾ ਨਾਲ ਸਾਰੇ ਰਿਸ਼ਤੇ ਹੈਗੇ ਹਨ, ਮਾਤਾ ਪਿਤਾ, ਬੰਧੂ ਸਕਾ, ਭੈਣ ਭਰਾ, ਹਸਬੈਂਡ ਵਾਈਫ, ਬੱਚਾ, ਸਾਰੇ ਰਿਸ਼ਤੇ ਸਾਡੇ ਪਰਮਾਤਮਾ ਦੇ ਨਾਲ ਹੈਗੇ ਨੇ। ਫਿਰ ਅਸੀਂ ਜਾਣਿਆ ਕਿ ਪਰਮਾਤਮਾ ਦਾ ਨਾਂ ਕੀ ਹੈਗਾ। ਇਹਨੇ ਅਲੱਗ-ਅਲੱਗ ਨਾਮ, ਸਦਾ ਸ਼ਿਵ ਤੋਂ ਲੈ ਕੇ ਅਕਾਲ ਪੁਰਖ, ਵਾਹਿਗੁਰੂ, ਅੱਲਾ, ਸਾਰੇ ਅਲੱਗ-ਅਲੱਗ ਨਾਮ ਹੈਗੇ ਨੇ ਪਰਮਾਤਮਾ ਦੇ। ਤੇ ਹੁਣ ਅਸੀਂ ਜਾਣਦੇ ਹਾਂ ਪਰਮਾਤਮਾ ਕਿੱਥੇ ਰਹਿੰਦਾ ਹੈ। ਜਿਵੇਂ ਅਸੀਂ ਕੱਲ ਵੀ ਦੇਖਿਆ ਸੀਗਾ ਕਿ ਇਹ ਤਿੰਨ ਵਰਲਡ ਦੇ ਬਾਰੇ ਅਸੀਂ ਕੱਲ ਵੀ ਗੱਲ ਕੀਤੀ ਸੀਗੀ ਕਿ ਇਹ ਧਰਤੀ ਜੋ ਹੈਗੀ ਹੈ ਇਹ ਇੱਕ ਕਾਰਪੋਰੀਅਲ ਵਰਲਡ ਹੈਗੀ ਹੈ, ਰਾਈਟ, ਜਿੱਥੇ ਅਸੀਂ ਆਤਮਾਵਾਂ ਨੇ ਇਹ ਸਰੀਰ ਧਾਰਨ ਕਰਕੇ ਅਸੀਂ ਆਤਮਾਵਾਂ ਇਸ ਧਰਤੀ ਦੇ ਉੱਤੇ ਨਿਵਾਸ ਕਰ ਰਹੇ ਹਾਂ। ਤੇ ਇਹ ਧਰਤੀ ਜੋ ਹੈਗੀ ਹੈ ਕਾਰਪੋਰੀਅਲ ਹਿਊਮਨ ਵਰਲਡ ਹੈਗੀ ਹੈ। ਇਸ ਕਾਰਪੋਰੀਅਲ ਹਿਊਮਨ ਵਰਲਡ ਤੋਂ ਸਭ ਤੋਂ ਪਰੇ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਸੋਲ ਵਰਲਡ, परम धाम, सुप्रीम एबोर्ड, परम धाम ਨੂੰ ਹੋਰ ਵੀ ਨਾਮਾਂ ਤੋਂ ਬੁਲਾਇਆ ਜਾਂਦਾ ਹੈ, ਨਿਰਵਾਣ ਧਾਮ, ਮੁਕਤੀ ਧਾਮ, ਸ਼ਾਂਤੀ ਧਾਮ, ਹੋਮ ਆਫ ਸੋਲਸ। ਇਹ ਅਲੱਗ-ਅਲੱਗ ਨਾਮ ਤੋਂ ਪਰਮ ਧਾਮ ਨੂੰ ਬੁਲਾਇਆ ਜਾਂਦਾ ਹੈ। ਤੇ ਜਿੱਥੇ ਇਹ ਸਾਰੀ ਆਤਮਾਵਾਂ ਦਾ ਅਸਲੀ ਘਰ ਉਹ ਹੈ, ਪਰਮਾਤਮਾ ਦਾ ਵੀ ਅਸਲੀ ਘਰ ਉਹੀ ਹੈ। ਪਰਮਾਤਮਾ ਵੀ ਉੱਥੇ ਹੀ ਨਿਵਾਸ ਕਰਦਾ ਹੈ ਜੋ ਸਾਡੇ ਆਤਮਾਵਾਂ ਦਾ ਅਸਲੀ ਘਰ ਹੈ। ਤੇ ਪਰਮਾਤਮਾ ਦੇ ਅਸਲੀ ਘਰ ਨੂੰ ਪਰਮ ਧਾਮ ਕਹਿੰਦੇ ਆ ਅਸੀਂ। ਪਰਮ ਧਾਮ ਕਹਿ ਲੋ, ਸ਼ਾਂਤੀ ਧਾਮ ਕਹਿ ਲੋ, ਮੁਕਤੀ ਧਾਮ ਕਹਿ ਲੋ, ਨਿਰਵਾਣ ਧਾਮ ਕਹਿ ਲੋ, ਕਿਉਂਕਿ ਉਹ ਜਗ੍ਹਾ ਜੋ ਹੈਗੀ ਹੈ ਉਹ ਉੱਥੇ ਕੋਈ ਦੇਹ ਨਹੀਂ ਜਾਂਦਾ। ਇਨਕਾਰਪੋਰੀਅਲ ਦੇਹ, ਕਾਰਪ ਮੀਨਸ ਮਿੱਟੀ, ਦੇਹ, ਤੇ ਉੱਥੇ ਕੋਈ ਦੇਹ ਨਹੀਂ ਹੈਗਾ। ਕਿਉਂਕਿ ਉੱਥੇ ਦੇਹ ਨਹੀਂ ਹੈਗਾ ਤਾਂ ਹੀ ਉੱਥੇ ਕੋਈ ਆਵਾਜ਼ ਨਹੀਂ ਹੈਗੀ ਹੈ, ਤਾਂ ਹੀ ਉਹਨੂੰ ਸ਼ਾਂਤੀ ਧਾਮ ਕਹਿੰਦੇ ਆ। ਤੇ ਉੱਥੇ ਆਤਮਾਵਾਂ ਪਰਮਾਤਮਾ ਦੇ ਨਾਲ ਅਸੀਂ ਇਸ ਧਰਤੀ ਵਿੱਚ ਆਉਣ ਤੋਂ ਪਹਿਲੇ ਸਾਡਾ ਵੀ ਓਰੀਜਨਲ ਹੋਮ ਉਹੀ ਹੈਗਾ। ਤੇ ਅਸੀਂ ਵਿਚਕਾਰ ਦੇਖਿਆ ਸੀਗਾ ਕਿ ਇੱਕ ਵਨ ਫਾਰਮ ਆਫ ਬਿਲੀਫ ਇਸ ਕਿ ਪਰਮਾਤਮਾ ਓਮਨੀ ਪ੍ਰੈਜ਼ੈਂਟ ਹੈ, ਪਰਮਾਤਮਾ ਨੇਚਰ ਵਿੱਚ ਹੈ, ਪਰਮਾਤਮਾ ਹਰ ਚੀਜ਼ ਵਿੱਚ ਆਤਮਾ ਹੈ, ਹਰ ਜਾਨਵਰਾਂ ਵਿੱਚ ਵੀ ਆਤਮਾ, ਹਰ ਚੀਜ਼ ਵਿੱਚ ਆਤਮਾ। परमात्मा सर्वव्यापी नहीं है। God is not omnipresent. God is just one thought away from us. ਅਸੀਂ ਸਾਡੇ ਉੱਤੇ ਲੋੜ ਹੈਗੀ ਹੈ ਕਿ ਅਸੀਂ ਕਦ ਕਿੰਨਾ ਰੱਬ ਨੂੰ ਯਾਦ ਕਰੀਏ, ਕਿਵੇਂ ਅਸੀਂ ਰੱਬ ਨੂੰ ਯਾਦ ਕਰੀਏ। ਅਸੀਂ ਜਦ ਰੱਬ ਨੂੰ ਯਾਦ ਕਰੀਏ, ਜਿਵੇਂ ਜਿਹੜੇ ਮਰਜ਼ੀ ਫਾਰਮ ਵਿੱਚ ਰੱਬ ਨੂੰ ਯਾਦ ਕਰੀਏ, ਰੱਬ ਹਮੇਸ਼ਾ ਹਾਜ਼ਰ ਹੋ ਜਾਂਦਾ ਹੈ। ਰੱਬ ਕਦੇ ਨਹੀਂ ਉਹ ਹੁੰਦਾ ਤੁਸੀਂ ਵੀ ਬੁਲਾਓ, ਮੈਂ ਵੀ ਬੁਲਾਵਾਂ, ਧਰਤੀ ਦੀਆਂ ਸਾਰੀਆਂ ਆਤਮਾਵਾਂ ਵੀ ਬੁਲਾਣ, ਰੱਬ ਸਾਰਿਆਂ ਦੇ ਕੋਲ ਹਾਜ਼ਰ ਹੋ ਜਾਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਵਰਡ ਸੀਗੇ ਕਿ ਆਪਣਾ ਜਦ ਉਹਨਾਂ ਨੇ ਆਪਣਾ ਸਰੀਰ ਛੱਡਿਆ ਸੀਗਾ, ਉਸ ਤੋਂ ਪਹਿਲੇ ਵੀ ਉਹਨਾਂ ਦੇ ਲਾਸਟ ਵਰਡ ਸੀਗੇ ਕਿ ਜਿਹੜਾ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ, ਪਰਮਾਤਮਾ ਉਹਦੇ ਸਾਹਮਣੇ ਆ ਜਾਂਦਾ ਹੈ ਹਮੇਸ਼ਾ। ਪਰਮਾਤਮਾ ਓਮਨੀਪੋਟੈਂਟ ਤੇ ਓਮਨੀਸੀਐਂਟ ਹੈਗਾ। ਪਰਮਾਤਮਾ ਸਾਰੀ ਸ਼ਕਤੀਆਂ ਤੋਂ ਭਰਿਆ ਹੋਇਆ ਹੈ, ਸਰਵ ਸ਼ਕਤੀਮਾਨ। ਤੇ ਇਹ ਜੋ ਪਰਮਾਤਮਾ ਦੇ ਜਿਹੜਾ ਤ੍ਰਿਲੋਕੀ ਦਾ ਉਹ ਹੈਗਾ ਕਿ ਕ੍ਰੀਏਟਰ, ਸਸਟੇਨਰ, ਡਿਸਟਰੋਇਰ, ਇਹ ਤਿੰਨੋਂ ਪਰਮਾਤਮਾ ਦੇ ਐਕਟ ਜੋ ਹੈ ਨਾ ਸਪਿਰਿਚੁਅਲ ਹੈਗੇ ਨੇ। ਪਰਮਾਤਮਾ ਹੀ ਸਾਡੇ ਆਤਮਾਵਾਂ ਦੇ ਚੰਗੇ ਗੁਣਾਂ ਨੂੰ ਕ੍ਰੀਏਟ ਕਰਦਾ ਹੈ। ਸਾਡੇ ਪਵਿੱਤਰਤਾ, ਸ਼ਾਂਤੀ, ਸ਼ਕਤੀ, ਪਿਆਰ, ਇਹਨਾਂ ਸਾਰਿਆਂ ਦਾ ਕ੍ਰੀਏਟਰ ਹੈਗਾ। ਸਾਡੇ ਨਿੱਜੀ ਗੁਣਾਂ ਦਾ ਕ੍ਰੀਏਟਰ ਹੈ ਪਰਮਾਤਮਾ। ਤੇ ਪਰਮਾਤਮਾ ਹੀ ਸਾਡੀ ਪਾਲਣਾ ਕਰਦਾ ਹੈ। ਹੀ ਇਜ਼ ਆਵਰ ਟਰੂ ਸਸਟੇਨਰ। ਤੇ ਪਰਮਾਤਮਾ ਹੀ ਸਾਡੀ ਬੁਰਾਈਆਂ ਦਾ, ਸਾਡੀ ਵਾਈਸਿਸ ਦਾ ਡਿਸਟਰੋਇਰ ਹੈਗਾ। ਸਾਡੇ ਨੇ ਜਿੰਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਿੰਨੇ ਸਾਡੇ ਅੰਦਰ ਵਿਕਾਰ ਭਰੇ ਹੋਏ ਨੇ, ਇਹਨਾਂ ਸਾਰਾ ਵਿਕਾਰਾਂ ਨੂੰ ਪਰਮਾਤਮਾ ਮਿਟਾਉਂਦਾ ਹੈ।
ਤੇ ਅਸੀਂ ਲੈਟਸ ਅਸੀਂ ਕੱਲ ਮੈਡੀਟੇਸ਼ਨ ਦੇ ਪਹਿਲੇ 2 ਸਟੈਪਸ ਦੇਖੇ ਸੀਗੇ ਕਿ ਅਸੀਂ ਪਹਿਲਾ ਸਟੈਪ ਹੈ ਅਸੀਂ ਆਪਣੇ ਆਪ ਨੂੰ ਫਿਜ਼ੀਕਲੀ ਡਿਸਕਨੈਕਟ ਕਰੀਏ ਇਸ ਸਰੀਰ ਤੋਂ, ਇਸ ਬਾਡੀ ਕੌਨਸ਼ੀਅਸਨੈਸ ਤੋਂ। ਤੇ ਅਸੀਂ ਦੂਜਾ ਸਟੈਪ ਦੀ ਗੱਲ ਕੀਤੀ ਸੀ ਕਿ ਦੂਜਾ ਸਟੈਪ ਹੈਗਾ ਅਸੀਂ ਆਪਣੇ ਅੰਦਰ ਜਾਈਏ, ਆਪਣੇ ਆਪ ਨੂੰ ਇੱਕ ਪੁਆਇੰਟ ਆਫ ਲਾਈਟ ਦੇ ਫਾਰਮ ਦੇ ਵਿੱਚ ਐਕਸਪੀਰੀਅੰਸ ਕਰਨ ਦੀ ਕੋਸ਼ਿਸ਼ ਕਰੀਏ। ਤੇ ਅਸੀਂ ਪਰਮਾਤਮਾ ਨੂੰ ਯਾਦ ਕਰਨ ਦਾ ਕੀ ਬੇਸਿਸ ਹੈਗਾ, ਰਾਈਟ? ਅਸੀਂ ਪਹਿਲੇ ਪਰਮਾਤਮਾ ਦਾ ਉਹ ਜਾਣਿਆ, ਰਾਈਟ, ਕਿ ਇੰਟਰੋਡਕਸ਼ਨ ਕਿ ਪਰਮਾਤਮਾ ਜੋ ਹੈਗਾ ਅਸੀਂ ਰਾਜਯੋਗਾ ਵੀ ਸਭ ਤੋਂ ਪਹਿਲੇ ਕੱਲ ਦੀ ਕਲਾਸ ਵਿੱਚ ਅਸੀਂ ਆਪਣੀ ਪਛਾਣ ਜਾਣੀ ਸੀਗੀ ਕਿ ਮੈਂ ਕੌਣ ਹਾਂ, ਰਾਈਟ? ਅੱਜ ਅਸੀਂ ਜਾਣਿਆ ਕਿ ਪਰਮਾਤਮਾ ਕੌਣ ਹੈ ਤੇ ਅਸੀਂ ਆਤਮਾ ਔਰ ਪਰਮਾਤਮਾ ਦੋਨਾਂ ਦੀ ਪਛਾਣ ਜਾਣੀ ਕਿ ਅਸੀਂ ਪੁਆਇੰਟ ਆਫ ਲਾਈਟ ਹਾਂ, ਪਰਮਾਤਮਾ ਵੀ ਪੁਆਇੰਟ ਆਫ ਲਾਈਟ ਹੈ, ਪਰ ਅਸੀਂ ਆਤਮਾ ਤੇ ਹਾਂ ਤੇ ਪਰਮਾਤਮਾ ਪਰਮ ਆਤਮਾ ਹੈ, ਰਾਈਟ? ਅਸੀਂ ਪਰਮਾਤਮਾ ਦਾ ਨਾਮ ਜਾਣਿਆ, ਪਰਮਾਤਮਾ ਦਾ ਫਾਰਮ ਜਾਣਿਆ ਪੁਆਇੰਟ ਆਫ ਲਾਈਟ, ਅਸੀਂ ਪਰਮਾਤਮਾ ਦਾ ਰਹਿਣ ਦਾ ਨਿਵਾਸ ਜਾਣਿਆ ਪਰਮਧਾਮ ਸ਼ਾਂਤੀ ਧਾਮ, ਤੇ ਅਸੀਂ ਜਾਣਿਆ ਕਿ ਪਰਮਾਤਮਾ ਨਾਲ ਸਾਡਾ ਰਿਸ਼ਤਾ ਕੀ ਹੈਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਸਖੂ, ਰਾਈਟ? ਅਸੀਂ ਪਰਮਾਤਮਾ ਆਤਮਾ ਔਰ ਪਰਮਾਤਮਾ ਦਾ ਰਿਸ਼ਤਾ ਜਾਣਿਆ, ਪਰਮਾਤਮਾ ਸਾਡੇ ਆਤਮਾਵਾਂ ਦਾ ਪਰਮ ਪਿਤਾ ਹੈ, ਰਾਈਟ? ਇਹ ਸਾਰੇ ਰਿਸ਼ਤੇ ਪਰਮਾਤਮਾ ਦੇ ਨਾਲ ਅਸੀਂ ਨਿਭਾ ਸਕਦੇ ਹਾਂ, ਭੈਣ ਭਰਾ, ਮਾਂ ਪਿਓ, ਹਸਬੈਂਡ ਵਾਈਫ, ਬੱਚਾ, ਫਰੈਂਡ, ਸਾਰੇ ਰਿਸ਼ਤੇ ਅਸੀਂ ਪਰਮਾਤਮਾ ਦੇ ਨਾਲ ਨਿਭਾ ਸਕਦੇ ਹਾਂ। ਤੇ ਜਿੰਨੇ ਰਿਸ਼ਤੇ ਅਸੀਂ ਪਰਮਾਤਮਾ ਦੇ ਨਾਲ ਨਿਭਾਵਾਂਗੇ ਓਨੀ ਸਾਨੂੰ ਲੌਕਿਕ ਰਿਸ਼ਤਿਆਂ ਤੋਂ ਖੁਸ਼ੀ ਮਿਲੇਗੀ। ਤੇ ਪਰਮਾਤਮਾ ਕਹਿੰਦਾ ਹੈ ਕਿ ਜੇ ਤੁਹਾਨੂੰ ਫਿਜ਼ੀਕਲੀ ਇਸ ਧਰਤੀ ਵਿੱਚ ਕਿਸੇ ਰਿਸ਼ਤੇ ਤੋਂ ਦੁੱਖ ਮਿਲਦਾ ਪਿਆ ਹੈ, ਇਹਦਾ ਮਤਲਬ ਹੈ ਕਿ ਉਹ ਰਿਸ਼ਤਾ ਤੁਸੀਂ ਮੇਰੇ ਨਾਲ ਨਹੀਂ ਨਿਭਾ ਰਹੇ ਹੋ। ਤੇ ਸਾਨੂੰ ਜਿਹੜੀ ਕੋਈ ਰਿਸ਼ਤਿਆਂ ਦੇ ਵਿੱਚ ਅਟਕਾਰ ਆਉਂਦੀ ਹੈ ਤੇ ਸਮਝੋ ਕਿ ਉਹ ਰਿਸ਼ਤਾ ਅਸੀਂ ਸਭ ਤੋਂ ਪਹਿਲੇ ਪਰਮਾਤਮਾ ਦੇ ਨਾਲ ਜਾ ਕੇ ਉਸ ਰਿਸ਼ਤੇ ਨੂੰ ਨਿਭਾਈਏ, ਫਿਰ ਅਸੀਂ ਭਰਪੂਰ ਹੋ ਜਾਵਾਂਗੇ ਅੰਦਰੋਂ, ਤਾਂ ਅਸੀਂ ਆਪਣੇ ਲੌਕਿਕ ਰਿਸ਼ਤਿਆਂ ਨੂੰ ਨਿਭਾ ਸਕਦੇ ਹਾਂ। ਫਿਰ ਅਸੀਂ ਪਰਮਾਤਮਾ ਦੇ ਨਾਲ ਜਾਣਿਆ ਕਿ ਅਸੀਂ ਸਾਡਾ ਪਰਮਾਤਮਾ ਨਾਲ ਪਿਆਰ ਹੈ। ਜੇ ਤੋਂ ਪ੍ਰੇਮ ਖਿਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ। ਜੇ ਅਸੀਂ ਪਰਮਾਤਮਾ ਨੂੰ ਸੱਚਾ ਪਿਆਰ ਕਰਨਾ ਹੈ, ਜੇ ਸੱਚਾ ਪਿਆਰ ਕਰਨਾ ਹੈ ਪਰਮਾਤਮਾ ਨੂੰ, ਤਾਂ ਅਸੀਂ ਆਪਣੇ ਆਪ ਨੂੰ ਇਸ ਸਿਰ ਨੂੰ ਤਲੀ ਤੇ ਧਰ ਕੇ, ਫਿਜ਼ੀਕਲੀ ਨਹੀਂ ਕੱਟਣਾ ਆਪਣੇ ਸਿਰ ਨੂੰ, ਫਿਜ਼ੀਕਲੀ ਇੱਥੇ ਇੰਝ ਹੀ ਰਹਿਣਾ ਸਾਡਾ ਸਰੀਰ, ਮਗਰ ਅਸੀਂ ਆਪਣੇ ਆਪ ਨੂੰ ਇਸ ਦੇਹ ਸਰੀਰ ਤੋਂ ਵੱਖਰਾ ਸਮਝ ਕੇ, ਆਪਣੇ ਆਪ ਨੂੰ ਇੱਕ ਆਤਮਾ ਸਮਝ ਕੇ, ਇੱਕ ਜੋਤ ਸਰੂਪ ਸਮਝ ਕੇ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਮਿਲਾਣਾ ਹੈ, ਤਾਂ ਹੀ ਅਸੀਂ ਪਰਮਾਤਮਾ ਨੂੰ ਦੇਖ ਸਕਦੇ ਹਾਂ। ਜੇ ਪਰਮਾਤਮਾ ਪੁਆਇੰਟ ਆਫ ਲਾਈਟ ਹੈਗਾ ਤਾਂ ਉਹਨੂੰ ਮਿਲਣ ਵਾਸਤੇ ਸਾਨੂੰ ਵੀ ਇੱਕ ਪੁਆਇੰਟ ਆਫ ਲਾਈਟ ਦੇ ਫਾਰਮ ਦੇ ਵਿੱਚ ਆਪਣੇ ਆਪ ਨੂੰ ਦੇਖਣਾ ਪਏਗਾ। ਜਿਵੇਂ ਇੱਕ ਛੋਟਾ ਬੱਚਾ ਹੁੰਦਾ ਹੈ, ਕੋਈ 2 ਸਾਲ ਦਾ ਟੌਡਲਰ ਹੈਗਾ, ਜੇ ਅਸੀਂ ਇੱਕ ਟੌਡਲਰ ਨਾਲ ਦੋਸਤੀ ਕਰਨੀ ਹੈ ਤੇ ਸਾਨੂੰ ਥੱਲੇ ਜ਼ਮੀਨ ਤੇ ਬਹਿਣਾ ਪੈਂਦਾ ਟੌਡਲਰ ਦੀ ਹਾਈਟ ਦੇ ਉੱਤੇ, ਤੇ ਬੱਚੇ ਦੇ ਨਾਲ ਖੇਡਣ ਵਾਸਤੇ ਸਾਨੂੰ ਬੱਚਾ ਬਣਨਾ ਪੈਂਦਾ ਹੈ, ਤਾਂ ਹੀ ਅਸੀਂ ਬੱਚੇ ਦੇ ਨਾਲ ਬੱਚਾ ਬਣ ਕੇ ਖੇਡ ਸਕਦੇ ਹਾਂ, ਬੱਚੇ ਨਾਲ ਦੋਸਤੀ ਕਰ ਸਕਦੇ ਹਾਂ ਆਪਣੀ, ਰਾਈਟ? ਸਿਮਿਲਰਲੀ ਜੇ ਅਸੀਂ ਸਾਨੂੰ ਇੱਕ ਟੀਨੇਜਰ ਦੇ ਨਾਲ ਦੋਸਤੀ ਕਰਨੀ ਹੈ ਬਹਿ ਕੇ, ਤੇ ਸਾਨੂੰ ਇੱਕ ਟੀਨੇਜਰ ਬਣਨਾ ਪਏਗਾ, ਆਪਣੇ ਆਪ ਨੂੰ ਇੱਕ ਮੈਂਟਲੀ ਇੱਕ ਟੀਨੇਜਰ ਸਮਝ ਕੇ ਹੀ ਜਾਵਾਂਗੇ ਟੀਨੇਜਰ ਦੇ ਨਾਲ, ਤਾਂ ਹੀ ਸਾਨੂੰ ਟੀਨੇਜਰ ਦੇ ਨਾਲ ਸਾਡੀ ਦੋਸਤੀ ਹੋਏਗੀ। ਤੇ ਸਿਮਿਲਰਲੀ परमात्मा जो है वो पॉइंट ऑफ लाइट है, निराकार है, शरीर नहीं है परमात्मा ਦਾ। ਜੇ ਅਸੀਂ ਆਪਣੇ ਆਪ ਨੂੰ ਸ਼ਰੀਰ ਸਮਝ ਕੇ ਪਰਮਾਤਮਾ ਕੋਲ ਬੈਠਾਂਗੇ, ਜੇ ਮੈਂ ਪਰਮਾਤਮਾ ਕੋਲ ਬੈਠਣ ਲੱਗਿਆ ਸਮਝਾਂਗਾ ਕਿ ਮੈਂ ਇੱਕ ਹਸਬੈਂਡ ਹਾਂ, ਮੈਂ ਫਾਦਰ ਹਾਂ, ਮੈਂ ਸਨ ਹਾਂ, ਮੈਂ ਭਰਾ ਹਾਂ, ਮੈਂ ਦੋਸਤ ਹਾਂ, ਮੈਂ ਇੰਜੀਨੀਅਰ ਹਾਂ, ਮੈਂ ਇਹ ਸਮਝ ਕੇ ਇਹ ਲੇਬਲ ਸਮਝ ਕੇ ਬੈਠਾਂਗਾ ਪਰਮਾਤਮਾ ਦੇ ਕੋਲ, ਤੇ ਮੈਨੂੰ ਪਰਮਾਤਮਾ ਨਹੀਂ ਮਿਲੇਗਾ। ਮੈਨੂੰ ਇਹ ਸਾਰੇ ਲੇਬਲਸ ਤੋਂ ਨੂੰ ਪਿੱਛੇ ਰੱਖ, ਸਾਈਡ ਤੇ ਰੱਖ ਕੇ ਆਪਣੇ ਆਪ ਨੂੰ ਇੱਕ ਜੋਤ ਸਰੂਪ ਵਿੱਚ ਮਹਿਸੂਸ ਕਰਕੇ ਪਰਮਾਤਮਾ ਦੇ ਸਾਹਮਣੇ ਬਹਿਣਾ ਪਏਗਾ, ਤਾਂ ਹੀ ਮੈਨੂੰ ਪਰਮਾਤਮਾ ਮਿਲੇਗਾ, ਤਾਂ ਹੀ ਮੈਨੂੰ ਇੱਕ ਸੱਚਾ ਪਿਆਰ ਮਿਲੇਗਾ ਪਰਮਾਤਮਾ ਨਾਲ, ਤਾਂ ਹੀ ਮੈਂ ਇਹ ਸਾਰੇ ਰਿਸ਼ਤੇ ਪਰਮਾਤਮਾ ਦੇ ਨਾਲ ਨਿਭਾ ਪਾਵਾਂਗਾ। ਤੇ ਤਾਂ ਹੀ ਸਾਨੂੰ ਪਰਮਾਤਮਾ ਤੋਂ ਅਟੇਨਮੈਂਟ ਵਰਸਾ ਮਿਲਦਾ ਹੈ, ਇਹ ਪਿਆਰ ਦਾ ਵਰਸਾ, ਸ਼ਾਂਤੀ ਦਾ ਵਰਸਾ, ਸੁੱਖ ਦਾ ਵਰਸਾ, ਪਵਿੱਤਰਤਾ ਦਾ ਵਰਸਾ, ਇਹ ਸਾਰੇ ਵਰਸੇ ਸਾਨੂੰ ਪਰਮਾਤਮਾ ਤੋਂ ਮਿਲਦੇ ਹਨ। ਤੇ ਜਿਵੇਂ ਅਸੀਂ ਗੱਲ ਕੀਤੀ ਪਰਮਾਤਮਾ ਨਾਲ ਕਨੈਕਟ ਕਰਨ ਵਾਸਤੇ, ਜਿਵੇਂ ਅਸੀਂ ਫਿਜ਼ੀਕਲੀ 2 ਤਾਰਾਂ ਨੂੰ ਕਨੈਕਟ ਕਰਨਾ ਹੁੰਦਾ ਬਹਿ ਕੇ, ਤੇ ਅਸੀਂ ਉਹਨਾਂ ਦੇ ਉੱਤੇ ਜਿਹੜੀ ਇਨਸੂਲੇਸ਼ਨ ਵਾਇਰ ਲੱਗੀ ਹੁੰਦੀ, ਉਹ ਵਾਇਰ ਦੇ ਉੱਤੇ ਜਿਹੜੀ ਇਨਸੂਲੇਸ਼ਨ ਲੱਗੀ ਹੁੰਦੀ ਆਊਟਰ ਕਵਰਿੰਗ, ਅਸੀਂ ਉਸ ਆਊਟਰ ਕਵਰਿੰਗ ਇਨਸੂਲੇਸ਼ਨ ਨੂੰ ਉਤਾਰਨੇ ਹਾਂ ਪਹਿਲੇ, ਰਾਈਟ? ਤੇ ਉਸ ਇਨਸੂਲੇਸ਼ਨ ਨੂੰ ਉਤਾਰਨ ਦੇ ਬਾਅਦ ਤਾਂ ਹੀ ਅਸੀਂ ਜਦ ਤਾਰ ਨੂੰ ਕਨੈਕਟ ਕਰਨੇ ਆ, ਤਾਂ ਹੀ ਉਹ ਤਾਰਾਂ ਵਿੱਚੋਂ ਕਰੰਟ ਪਾਸ ਹੁੰਦਾ ਹੈ। ਜੇ ਅਸੀਂ ਕਵਰ ਦੇ ਨਾਲ 2 ਤਾਰਾਂ ਨੂੰ ਕਨੈਕਟ ਕਰ ਦਾਂਗੇ, ਤਾਰਾਂ ਕਦੇ ਕਰੰਟ ਨਹੀਂ ਪਾਸ ਕਰ ਪਾਣਗੀਆਂ, ਕਿਉਂਕਿ ਉਹਨਾਂ ਦੇ ਉੱਤੇ ਇਨਸੂਲੇਸ਼ਨ ਉਹ ਕਵਰਿੰਗ ਚੜੀ ਹੋਈ ਹੈ ਤਾਰਾਂ ਦੇ ਉੱਤੇ। ਸਿਮਿਲਰਲੀ ਸਾਡੇ ਆਤਮਾ ਦੇ ਉੱਤੇ ਬਾਹਰ ਹੈ, ਆਤਮਾ ਇਸ
ਸਰੀਰ ਵਿੱਚ ਨਿਵਾਸ ਕਰ ਰਹੀ ਹੈ। ਜੇ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਕੇ ਪਰਮਾਤਮਾ ਕੋਲ ਜਾਵਾਂਗੇ ਤੇ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਪਾਵਾਂਗੇ। ਪਰਮਾਤਮਾ ਨੂੰ ਮਿਲਣ ਵਾਸਤੇ ਸਾਨੂੰ ਆਪਣੀ ਆਊਟਰ ਕਵਰਿੰਗ, ਜਿਹੜਾ ਸਾਡਾ ਦੇਹ, ਸਾਡਾ ਸਰੀਰ ਹੈਗਾ, ਇਸ ਸਰੀਰ ਨੂੰ, ਉਸ ਸਰੀਰ ਦੀ ਕੋਟਿੰਗ ਨੂੰ ਸਾਨੂੰ ਉਤਾਰਨਾ ਪਏਗਾ, ਤਾਂ ਹੀ ਅਸੀਂ ਪਰਮਾਤਮਾ ਨੂੰ ਮਿਲ ਪਾਵਾਂਗੇ। ਸਾਨੂੰ ਆਪਣੇ ਆਪ ਨੂੰ ਇੱਕ ਪੁਆਇੰਟ ਆਫ ਲਾਈਟ, ਇੱਕ ਜੋਤੀ ਸਰੂਪ, ਇੱਕ ਆਤਮਾ, ਇੱਕ ਬਿੰਦੂ, ਇੱਕ ਰੂਹ, ਇੱਕ ਕੌਨਸ਼ੀਅਸਨੈਸ ਦੇ ਫਾਰਮ ਵਿੱਚ ਸਾਨੂੰ ਆਪਣੇ ਆਪ ਨੂੰ ਦੇਖਣਾ ਪਏਗਾ, ਤਾਂ ਹੀ ਅਸੀਂ ਪਰਮਾਤਮਾ ਨੂੰ ਐਕਸਪੀਰੀਅੰਸ ਕਰ ਪਾਵਾਂਗੇ। ਤੇ ਜਿਵੇਂ ਫਿਜ਼ੀਕਲ ਵਰਲਡ ਦੇ ਵਿੱਚ ਇੱਕ ਬੱਚੇ ਦਾ ਫਿਜ਼ੀਕਲ ਫਾਦਰ ਹੁੰਦਾ ਹੈ, ਉਵੇਂ ਹੀ ਸਾਡੀ ਰਾਜ ਯੋਗਾ ਮੈਡੀਟੇਸ਼ਨ ਦੀ ਜਿਹੜੀ ਫਾਊਂਡੇਸ਼ਨ ਹੈਗੀ, ਉਹ ਇਹੀ ਹੈਗੀ ਹੈ ਕਿ ਮੈਂ ਆਤਮਾ ਹਾਂ ਤੇ ਪਰਮਾਤਮਾ ਜੋ ਹੈਗਾ ਉਹ ਮੇਰਾ, ਸਾਡੇ ਆਤਮਾਵਾਂ ਦਾ ਪਿਤਾ ਹੈ। ਤੇ ਸਾਨੂੰ ਆਪਣੇ ਆਪ ਨੂੰ ਉਸ ਆਤਮਿਕ ਸਰੂਪ ਵਿੱਚ ਦੇਖਣਾ ਹੈ, ਤਾਂ ਹੀ ਅਸੀਂ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਪਾਵਾਂਗੇ। ਤੇ ਅਸੀਂ ਇਹ 4 ਸਟੈਪਸ ਦੀ ਗੱਲ ਕੀਤੀ ਮੈਡੀਟੇਸ਼ਨ ਦੇ ਵਿੱਚ। ਕੱਲ ਅਸੀਂ 2 ਸਟੈਪਸ ਦੀ ਗੱਲ ਕੀਤੀ ਸੀ। ਪਹਿਲਾ ਸਟੈਪ ਕਿ ਅਸੀਂ ਆਪਣੇ ਆਪ ਨੂੰ ਪਹਿਲੇ ਸਰੀਰ ਤੋਂ ਵੱਖਰਾ ਸਮਝੀਏ, ਉਹ ਸਟੈਪ 1। ਦੂਜਾ ਸਟੈਪ ਕਿ ਅਸੀਂ ਆਪਣੇ ਅੰਦਰ ਜਾਈਏ, ਆਪਣੇ ਆਪ ਨੂੰ ਇੱਕ ਪੁਆਇੰਟ ਆਫ ਲਾਈਟ, ਇੱਕ ਜੋਤੀ ਸਰੂਪ ਦੇ ਵਿੱਚ ਆਪਣੇ ਆਪ ਨੂੰ ਐਕਸਪੀਰੀਅੰਸ ਕਰੀਏ। ਤੇ ਤੀਜਾ ਸਟੈਪ ਜੋ ਹੈਗਾ ਮੈਡੀਟੇਸ਼ਨ ਦਾ, ਉਹ ਹੈਗਾ ਕਿ ਅਸੀਂ ਉੱਤੇ ਜਾਈਏ, ਵੀ ਗੋ ਅਪਵਰਡਸ। ਅਸੀਂ ਵਿਜ਼ੂਅਲਾਈਜ਼ ਕਰੀਏ ਕਿ ਸਾਡੀ ਆਤਮਾ ਜੋ ਹੈਗੀ ਹੈ ਉਹ ਇਸ ਦੇਹ ਤੋਂ ਬਾਹਰ ਨਿਕਲ ਕੇ ਇਸ ਧਰਤੀ ਤੋਂ ਪਰੇ ਉਸ ਪਰਮ ਧਾਮ, ਪਰਮਾਤਮਾ ਸ਼ਾਂਤੀ ਧਾਮ ਜਾ ਰਹੀ ਹੈ, ਪਰਮਾਤਮਾ ਕੋਲ। ਉੱਥੇ ਅਸੀਂ ਪਰਮਾਤਮਾ ਕੋਲ ਗਏ, ਉੱਤੇ ਗਏ, ਤੇ 4th ਸਟੈਪ ਅਸੀਂ ਉੱਥੇ ਜਾ ਕੇ ਪਰਮਾਤਮਾ ਤੋਂ ਇਹ ਸਾਰੇ ਗੁਣ, ਸਾਰੀ ਵਰਸਾ ਲਿੱਤਾ ਸੀ ਪਰਮਾਤਮਾ ਤੋਂ, ਸ਼ਾਂਤੀ, ਪਿਆਰ, ਸ਼ਕਤੀ, ਪਵਿੱਤਰਤਾ, ਇਹ ਸਾਰੇ ਗੁਣ ਅਸੀਂ ਪਰਮਾਤਮਾ ਤੋਂ ਆਪਣੇ ਅੰਦਰ ਭਰ ਲਏ। ਇਹੀ 4 ਸਟੈਪਸ ਹੈਗੇ ਨੇ ਰਾਜ ਯੋਗਾ ਮੈਡੀਟੇਸ਼ਨ ਦੇ ਫਾਊਂਡੇਸ਼ਨ। ਤੇ ਅਸੀਂ ਹੁਣ ਥੋੜੀ ਦੇਰ ਵਾਸਤੇ ਮੈਡੀਟੇਸ਼ਨ ਕਰਨੇ ਆ ਇਕੱਠੇ ਮਿਲ ਕੇ। ਮੈਂ ਤੁਹਾਨੂੰ ਰਿਕੁਐਸਟ ਕਰਦਾ ਤੁਸੀਂ ਸਾਰੇ ਥੋੜੀ ਦੇਰ ਫੋਕਸ ਹੋ ਕੇ ਪਿਆਰ ਨਾਲ, ਸ਼ਾਂਤੀ ਨਾਲ ਬੈਠੋ ਤੇ ਅਸੀਂ ਮਿਲ ਕੇ ਥੋੜੀ ਦੇਰ ਮੈਡੀਟੇਸ਼ਨ ਕਰਨੇ ਆ। ਆਪਣੇ ਸਰੀਰ ਨੂੰ ਥੋੜੀ ਦੇਰ ਲਈ ਸਥਿਰ ਰੱਖੀਏ, ਕਿਉਂਕਿ ਇੱਕ ਸਥਿਰ ਸਰੀਰ ਦੇ ਵਿੱਚ ਹੀ ਇੱਕ ਸਥਿਰ ਮਨ ਵਸ ਸਕਦਾ। ਮੈਂ ਉਹ ਜੋਤ ਸਰੂਪ ਆਤਮਾ ਹਾਂ। ਮੈਂ ਅਕਾਲ ਮੂਰਤ ਆਤਮਾ ਇਸ ਸਰੀਰ ਦੇ ਵਿੱਚ ਨਿਵਾਸ ਕਰ ਰਹੇ ਹਾਂ। ਵਿਜ਼ੂਅਲਾਈਜ਼ ਕਰਦੇ ਹਾਂ ਕਿ ਮੈਂ ਆਤਮਾ, ਪੁਆਇੰਟ ਆਫ ਲਾਈਟ, ਇਸ ਸਰੀਰ ਤੋਂ ਬਾਹਰ ਆ ਗਿਆ ਹਾਂ। ਇਸ ਸਰੀਰ ਤੋਂ ਬਾਹਰ ਆ ਕੇ ਮੈਂ ਆਤਮਾ ਇਸ ਧਰਤੀ ਤੋਂ ਪਾਰ, ਚਾਂਦ ਸਿਤਾਰਿਆਂ ਤੋਂ ਪਰੇ ਜਾ ਰਿਹਾ ਹਾਂ। ਤੇ ਜਾਂਦੇ ਜਾਂਦੇ ਮੈਂ ਹੁਣ ਆਤਮਾ ਪਰਮ ਧਾਮ, ਸ਼ਾਂਤੀ ਧਾਮ, ਮੁਕਤੀ ਧਾਮ ਪਹੁੰਚ ਗਏ ਹਾਂ। ਉੱਥੇ ਮੇਰੇ ਵਾਂਗ ਹੋਰ ਵੀ ਬਹੁਤ ਸਾਰੇ ਪੁਆਇੰਟ ਆਫ ਲਾਈਟ, ਜੋਤ ਸਰੂਪ ਆਤਮਾ ਵਸਦੀਆਂ ਹਨ।
ਇਹਨਾਂ ਸਾਰਿਆਂ ਸਿਤਾਰਿਆਂ ਵਿੱਚੋਂ ਮੈਨੂੰ ਇੱਕ ਸਿਤਾਰਾ ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਚਮਕਣ ਵਾਲਾ ਦਿਖਦਾ। ਤੇ ਉਹ ਸਿਤਾਰਾ ਹੈ ਪਰਮਾਤਮਾ। ਤਾਤੀ ਵਾਓ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ। ਮੈਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਹਾਂ। ਤੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਮੈਨੂੰ ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਕੋਈ ਘਬਰਾਹਟ ਨਹੀਂ। सतगुर आयो शरण तुम्हारी, मिले सुख नाम हर शोभा, चिंता लाहे हमारी। मैं उस सतगुरु परमात्मा दी शरण विच हाँ। ਮੈਨੂੰ ਇੱਥੇ ਬੇਅੰਤ ਸੁੱਖ ਦੀ ਮਹਿਸੂਸਤਾ ਹੋ ਰਹੀ ਹੈ। ਮੈਨੂੰ ਬੇਅੰਤ ਖੁਸ਼ੀਆਂ ਤੇ ਸ਼ਕਤੀਆਂ ਮਿਲ ਰਹੀਆਂ ਹਨ ਪਰਮਾਤਮਾ ਤੋਂ। ਮੇਰੀਆਂ ਸਾਰੀਆਂ ਚਿੰਤਾਵਾਂ ਮਿਟ ਗਈਆਂ ਹਨ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ। ਪਰਮਾਤਮਾ ਦੇ ਨਾਲ ਮੈਂ ਸਾਰੇ ਰਿਸ਼ਤੇ ਨਿਭਾ ਰਿਹਾ ਹਾਂ। ਪਰਮਾਤਮਾ ਮੇਰਾ ਮਾਤਾ ਪਿਤਾ ਹੈ। ਪਰਮਾਤਮਾ ਮੇਰਾ ਬੰਧੂ ਵੀ ਤੇ ਮੇਰਾ ਭਰਾ ਵੀ, ਮੇਰਾ ਸਪਾਊਸ ਵੀ ਤੇ ਮੇਰੇ ਬੱਚੇ ਵੀ। ਸਾਰੇ ਰਿਸ਼ਤੇ ਪਰਮਾਤਮਾ ਦੇ ਨਾਲ ਬੇਅੰਤ ਖੁਸ਼ੀਆਂ ਦੇ ਨਾਲ ਮੈਂ ਮਹਿਸੂਸ ਕਰ ਰਿਹਾ ਹਾਂ। जाका मीत साजन है समिया, जिसदा मीत जिसदा मित्र वो परमात्मा है। तिस जन को बहु काकी कमियां। हुण मैनू कोई कमी नहीं मेरी जिंदगी दे विच, क्योंकि मैनू परमात्मा मिल गया। परमात्मा मेरा मित्र। हुण मैं आत्मा, पॉइंट ऑफ लाइट
ਪਰਮ ਧਾਮ ਤੋਂ ਵਾਪਿਸ ਆ ਰਹੇ ਹਾਂ ਧਰਤੀ ਵੱਲ। ਚਾਂਦ ਸਿਤਾਰਿਆਂ ਨੂੰ ਕ੍ਰਾਸ ਕਰਦੇ ਹੋਏ ਮੈਂ ਇਸ ਧਰਤੀ ਤੇ ਪਹੁੰਚਿਆ ਤੇ ਵਾਪਿਸ ਮੈਂ ਆਤਮਾ ਇਸ ਸਰੀਰ ਦੇ ਵਿੱਚ ਆਪਣੇ ਅਕਾਲ ਤਖਤ ਤੇ ਬੈਠ ਗਏ। ਮੈਂ ਆਤਮਾ ਇਸ ਸਰੀਰ ਦਾ ਮਾਲਿਕ ਹਾਂ। ਮੈਂ ਇਸ ਸਰੀਰ ਤੋਂ ਵੱਖ ਹਾਂ। ਹੁਣ ਮੈਂ ਆਤਮਾ ਇਸ ਸਰੀਰ ਦੇ ਰਾਹੀਂ ਸਾਰੇ ਕੰਮ ਕਰਵਾਵਾਂਗਾ। ਮੇਰਾ ਸਰੀਰ ਹਿੱਲੇਗਾ, ਮੇਰਾ ਸਰੀਰ ਸਾਰੇ ਕੰਮ ਕਰੇਗਾ, ਮਗਰ ਮੇਰੇ ਮਨ ਦੀ ਸਥਿਤੀ ਉਹੀ ਪਰਮਾਤਮਾ ਨਾਲ ਮਿਲੀ ਰਹੇਗੀ। ਹਾਈਐਸਟ ਵਾਈਬ੍ਰੇਸ਼ਨ ਤੇ ਜਦ ਸਰੀਰ ਹਿਲਦਾ ਹੈ ਤਾਂ ਬਾਡੀ ਲੈਂਗੁਏਜ ਬਦਲ ਜਾਂਦੀ ਹੈ। ਬੋਲਣ ਦਾ ਤਰੀਕਾ ਬਦਲ ਜਾਂਦਾ ਹੈ। ਗੱਲ ਕਰਨ ਦਾ ਤਰੀਕਾ ਬਦਲਦਾ ਹੈ। ਹੁਣ ਮੇਰੇ ਸਾਹਮਣੇ ਜੋ ਵੀ ਆਣਗੇ, ਮੈਂ ਹਰ ਕਿਸੇ ਨੂੰ ਇੱਕ ਆਤਮਿਕ ਸਰੂਪ ਵਿੱਚ ਦੇਖਦਾ ਹਾਂ। ਆਪਣੇ ਪਰਿਵਾਰ ਦੇ ਹਰ ਸਦੱਸਿਆ ਨੂੰ ਮੈਂ ਇੱਕ ਆਤਮਿਕ ਸਰੂਪ ਵਿੱਚ ਪਰਮਾਤਮਾ ਦਾ ਬੱਚਾ ਸਮਝ ਕੇ ਦੇਖਦਾ ਹਾਂ। ਤਾਂ ਮੈਨੂੰ ਕਿਸੇ ਦੇ ਅਵਗੁਣ ਨਹੀਂ ਨਜ਼ਰ ਆਉਂਦੇ। ਜਦ ਮੈਨੂੰ ਸਾਰੇ ਪਰਮਾਤਮਾ ਦੇ ਬੱਚੇ ਦਿਖਦੇ ਹਨ ਤਾਂ ਮੈਨੂੰ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਦੇ ਹੀ ਗੁਣ ਦਿਖਦੇ ਹਨ। ਮੈਂ ਨਿਰਵੈਰ ਆਤਮਾ, ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ। ਮੈਨੂੰ ਕਿਸੇ ਦੇ ਉੱਤੇ ਗੁੱਸਾ ਨਹੀਂ, ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ, ਕਿਸੇ ਦੇ ਨਾਲ ਕੋਈ ਈਰਸ਼ਾ ਨਹੀਂ। ਮੈਂ ਪਰਮਾਤਮਾ ਤੋਂ ਸਾਰਾ ਵਰਸਾ ਭਰ ਲਿਆ ਆਪਣੇ ਅੰਦਰ। ਮੈਂ ਪਵਿੱਤਰ ਸ਼ਕਤੀਸ਼ਾਲੀ ਆਤਮਾ ਹਾਂ। ਮੈਂ ਸ਼ਾਂਤ ਸਰੂਪ ਪਿਆਰ ਭਰੀ ਆਤਮਾ ਹਾਂ। ਮੈਂ ਆਤਮਾ ਇਸ ਦੇਹ ਵਿੱਚ ਟੈਂਪਰੇਰੀ ਨਿਵਾਸ ਕਰ ਰਹੇ ਹਾਂ ਤੇ ਆਪਣੇ ਇਹ ਸਾਰੇ ਰੋਲਸ ਨੂੰ, ਜਿੰਨੇ ਰੋਲਸ ਦਿੱਤੇ, ਰਿਸਪੌਂਸਿਬਿਲਿਟੀ ਦਿੱਤੀਆਂ ਰੱਬ ਨੇ ਮੈਨੂੰ, ਮੈਂ ਉਹ ਸਾਰੇ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਨਿਭਾਉਂਦਾ ਹਾਂ। ਇਹਨਾਂ ਸਾਰਿਆਂ ਰੋਲਸ ਨੂੰ ਨਿਭਾਉਂਦੇ ਹੋਏ ਮੈਂ ਆਪਣੇ ਆਪ ਨੂੰ ਆਤਮਿਕ ਸਥਿਤੀ ਵਿੱਚ ਦੇਖ ਰਿਹਾ ਹਾਂ। ਮੇਰੀ ਆਤਮਾ ਹਰ ਵੇਲੇ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ।
मैं भरपूर हाँ। मैं तृप्त आत्मा। सब कुछ मिल गया मैनू। कोई कमी नहीं हुण मेरे जीवन विच। ਆਪਣੇ ਆਪ ਨੂੰ ਇਹ ਸਾਰੇ ਗੁਣਾਂ ਦੇ ਨਾਲ ਭਰਨ ਦੇ ਬਾਅਦ ਹੁਣ ਮੈਂ ਸਾਰੀਆਂ ਆਤਮਾਵਾਂ ਨੂੰ ਸਿਰਫ ਦੇਣ ਦੇ ਨਜ਼ਰੀਏ ਨਾਲ ਦੇਖਦਾ ਹਾਂ। ਦੇਵਤਾ ਸਰੂਪ ਵਿੱਚ ਸਿਰਫ ਦੇਣ ਦੇ ਨਜ਼ਰੀਏ ਦੇ ਨਾਲ। ਮੈਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ ਕਿਉਂਕਿ ਮੈਨੂੰ ਪਰਮਾਤਮਾ ਤੋਂ ਸਭ ਕੁਝ ਮਿਲ ਗਿਆ। मैं सिर्फ देण वाली आत्मा हाँ। ਇਹਦੇ ਨਾਲ ਸਾਡਾ we are almost at the end of the today's session। ਤੇ ਸਾਡਾ ਅੱਜ ਦਾ ਹੋਮਵਰਕ ਕੱਲ ਦਾ ਹੋਮਵਰਕ ਸੀਗਾ ਕਿ ਅਸੀਂ ਸਟੈਪ 1 ਐਂਡ ਸਟੈਪ 2 ਦੇਖੇ ਸੀਗੇ ਮੈਡੀਟੇਸ਼ਨ ਦੇ ਕਿ ਅਸੀਂ ਆਪਣੇ ਆਪ ਨੂੰ ਬੋਡੀ ਸਰੀਰ ਤੋਂ ਡਿਸਕਨੈਕਟ ਹੋ ਕੇ ਆਪਣੇ ਆਪ ਨੂੰ ਇੱਕ ਪੁਆਇੰਟ ਆਫ ਲਾਈਟ ਦੇ ਫਾਰਮ ਵਿੱਚ ਐਕਸਪੀਰੀਅੰਸ ਕਰਨਾ। ਸਟੈਪ 1 ਔਰ ਸਟੈਪ 2 ਹੈਗੇ ਮੈਡੀਟੇਸ਼ਨ ਦੇ। ਅੱਜ ਅਸੀਂ ਸਟੈਪ 3 ਔਰ ਸਟੈਪ 4 ਵੀ ਲਵਾਂਗੇ ਹੋਮਵਰਕ ਦੇ ਵਿੱਚ ਕਿ ਅਸੀਂ ਪੁਆਇੰਟ ਆਫ ਲਾਈਟ ਮਹਿਸੂਸ ਕਰਨ ਦੇ ਬਾਅਦ ਅਸੀਂ ਉੱਤੇ ਜਾਈਏ ਆਪਣੀ ਆਤਮਾ ਨੂੰ ਸਰੀਰ ਤੋਂ ਬਾਹਰ ਵਿਜ਼ੂਅਲਾਈਜ਼ ਕਰੀਏ ਕਿ ਸਾਡੀ ਆਤਮਾ ਸਰੀਰ ਤੋਂ ਬਾਹਰ ਨਿਕਲ ਕੇ ਉਸ ਪਰਮਾਤਮਾ ਦੇ ਕੋਲ ਜਾ ਰਹੀ ਹੈ। ਜਿਵੇਂ ਫੋਟੋ ਦਿਖਾਇਆ ਕਿ ਸਾਡੀ ਆਤਮਾ ਪਰਮਾਤਮਾ ਦੇ ਨਾਲ ਕਨੈਕਟਡ ਹੈਗੀ ਹੈ ਤੇ ਅਸੀਂ ਸਟੈਪ 4 ਵੀ ਅਸੀਂ ਪਰਮਾਤਮਾ ਤੋਂ ਸਾਰਾ ਵਰਸਾ, ਸਾਰਾ ਪਿਆਰ, ਸਾਰੀ ਸ਼ਾਂਤੀ, ਸਾਰੀ ਖੁਸ਼ੀ ਭਰ ਰਹੇ ਹਾਂ ਆਪਣੇ ਅੰਦਰ। ਤੇ ਇਹ ਸਾਡਾ ਅੱਜ ਦਾ ਹੋਮਵਰਕ ਹੈਗਾ। ਤੇ I'll briefly mention about ਕਿ ਸਾਡੇ ਹੋਰ ਵੀ ਕੁਝ ਕਲਾਸਿਸ ਹੈਗੀਆਂ ਨੇ। The Decoding Destiny class actually started today 2 hours back। ਤੁਸੀਂ ਹਰ ਵੇ ਰਜਿਸਟਰ ਕਰ ਸਕਦੇ ਹੋ ਇਹਨੂੰ। ਹਲੇ 2-3 ਕਲਾਸਿਸ ਹੋਰ ਨੇ ਇਹਦੀ ਅਗਲੇ ਹਫਤੇ। ਬੱਚਿਆਂ ਦੀ ਵੀ ਕਲਾਸਿਸ ਹੁੰਦੀਆਂ ਨੇ ਇੱਥੇ ਨਰਚਰਿੰਗ ਵੈਲਿਊਜ਼ ਫॉर ਕਿਡਸ। it's a very beautiful class with lots of nice examples and stories and fun games for the kids। ਤੇ ਅਸੀਂ ਆਫਿਸਿਸ ਦੇ ਵਿੱਚ ਵੀ ਆ ਕੇ ਵੈਲਬੀਇੰਗ ਵੈਬਿਨਾਰਸ ਕਰਦੇ ਹਾਂ। ਜੇ ਤੁਹਾਨੂੰ ਆਪਣੇ ਵਰਕਪਲੇਸ ਤੇ ਕੋਈ ਵੈਲਬੀਇੰਗ ਵੈਬਿਨਾਰ ਦਾ ਹੋਵੇ ਲੋੜ ਤੇ ਸਾਨੂੰ ਤੁਸੀਂ ਦੱਸ ਸਕਦੇ ਹੋ। ਅਸੀਂ ਤੁਹਾਡੇ ਵਰਕਪਲੇਸ ਤੇ ਆ ਕੇ ਵੈਬਿਨਾਰ ਕਰ ਸਕਦੇ ਹਾਂ। ਵਿਦ ਦੈਟ ਵੀਲ ਟੇਕ ਅਪ ਕੁਐਸਚਨਸ ਰਾਈਟ ਨਾਓ। ਤੁਸੀਂ ਆਪਣਾ ਕੁਐਸਚਨ ਚੈਟ ਵਿੰਡੋ ਤੇ Q&A ਵਿੰਡੋ ਤੇ ਟਾਈਪ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਹੈਂਡ ਰੇਜ਼ ਕਰ ਸਕਦੇ ਹੋ। ਅਸੀਂ ਤੁਹਾਨੂੰ ਅਨਮਿਊਟ ਕਰ ਦਿਆਂਗੇ। Thank you, Manpreet Bhai. This was a great class। ਕੱਲ ਅਸੀਂ ਆਤਮਾ ਬਾਰੇ ਸਮਝਿਆ। ਅੱਜ ਅਸੀਂ ਆਤਮਾ ਤੇ ਪਰਮਾਤਮਾ ਬਾਰੇ ਜ਼ਿਆਦਾ ਹੋਰ ਥੋੜਾ ਜਿਹਾ ਅੱਗੇ ਵਧੇ ਅਸੀਂ ਹੋਰ ਸਮਝਿਆ। ਤੇ ਆਈ ਥਿੰਕ ਨੈਕਸਟ ਕਲਾਸ 'ਚ ਥੋੜਾ ਜਿਹਾ ਹੋਰ ਐਡਵਾਂਸ ਆਪਾਂ ਕਰਾਂਗੇ ਜਿੱਦਾਂ ਅਸੀਂ ਹੋਮਵਰਕ ਵੀ ਉਸ ਹਿਸਾਬ ਨਾਲ ਦਿੱਤਾ ਹੈ। ਤੇ it was a great class again। Thank you। I don't see any questions in chat। Kiran Ben, can you paste any questions if we have anything? Copy। Okay। 2 ਕੁਐਸਚਨ ਹੈਗੇ ਆ ਕਿ ਆਪਾਂ ਜਦੋਂ ਮੈਡੀਟੇਸ਼ਨ ਕਰਦੇ ਹਾਂ ਤੇ ਉਸ ਵੇਲੇ ਆਪਾਂ ਕਿੱਦਾਂ ਦੇ ਥਾਟਸ ਆਪਣੇ ਆਪ ਤੇ ਲਿਆਣੇ ਹੈ।
ਉਸ ਟਾਈਮ ਤੇ ਯਾਨੀ ਕਿ ਕੋਈ ਗਲਤ ਵੀ ਆਉਂਦੇ ਆ, ਪੋਜ਼ਿਟਿਵ ਜਾਂ ਨੈਗੇਟਿਵ ਦੋਨੇ ਤਰ੍ਹਾਂ ਦੇ ਥਾਟਸ ਆਉਂਦੇ ਆ ਨਾ। ਪਰ ਅਸੀਂ ਕਿੱਦਾਂ ਦੇ ਥਾਟਸ ਲਿਆਈਏ ਜਿਹਦੇ ਨਾਲ ਅਸੀਂ ਸਿਰਫ ਪੋਜ਼ਿਟਿਵ ਸੋਚੀਏ ਤੇ ਜ਼ਿਆਦਾ ਅਸੀਂ ਪਰਮਾਤਮਾ ਵੱਲ ਲੱਗੀਏ। ਮਤਲਬ ਮੈਡੀਟੇਸ਼ਨ ਵਿੱਚ ਸਾਡਾ ਗੋਲ ਇਹ ਨਹੀਂ ਹੈਗਾ ਕਿ ਸਾਡੇ ਕੋਲ ਕੋਈ ਥਾਟਸ ਨਾ ਆਣ। ਥਾਟਸ ਹਮੇਸ਼ਾ ਆਣਗੇ। ਅਸੀਂ ਆਪਣੇ ਮਾਈਂਡ ਨੂੰ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਸਾਡਾ ਆਤਮਾ ਦੇ 3 ਪਾਰਟਸ ਹੁੰਦੇ ਨੇ, ਮਨ, ਬੁੱਧੀ ਤੇ ਸੰਸਕਾਰ। ਤੇ ਸਾਡੇ ਮਨ ਦਾ ਤੇ ਕੰਮ ਹੈਗਾ ਉਹਨੇ ਥਾਟਸ ਪ੍ਰੋਡਿਊਸ ਕਰਨੇ ਹੀ ਕਰਨੇ ਨੇ। ਤੇ ਅਸੀਂ ਮਨ ਨੂੰ ਇਹ ਨਹੀਂ ਕਹਿ ਸਕਦੇ ਕਿ ਥਾਟਸ ਨਾ ਪ੍ਰੋਡਿਊਸ ਕਰ। ਮਨ ਥਾਟ ਪ੍ਰੋਡਿਊਸ ਕਰਦਾ ਹੀ ਰਹੇਗਾ ਬਾਈ ਡਿਫਾਲਟ, ਅਸੀਂ ਉਹ ਨਹੀਂ ਰੋਕ ਸਕਦੇ ਉਹਨੂੰ। ਬਟ ਵਾਟ ਵੀ ਕੈਨ ਡੂ ਇਜ਼ ਕਿ ਅਸੀਂ ਆਪਣੇ ਮਨ ਦੇ ਥਾਟਸ ਦੇ ਉੱਤੇ ਨਜ਼ਰ ਰੱਖੀਏ ਬਹਿ ਕੇ। ਮਨ ਜੋ ਹੈਗਾ ਸਾਡੇ ਇੱਕ ਛੋਟੇ ਬੱਚੇ ਟੌਡਲਰ ਵਾਂਗ ਹੈਗਾ। ਜਿਵੇਂ 1 ਸਾਲ ਦਾ ਛੋਟਾ ਬੱਚਾ ਹੁੰਦਾ, ਉੱਤੇ ਨਜ਼ਰ ਰੱਖਣੀ ਪੈਂਦੀ ਹੈ ਹਰ ਵੇਲੇ ਕਿ ਬੱਚਾ ਕਿਤੇ ਇੱਥੇ ਨਾ ਭੱਜ ਜਾਏ, ਉੱਥੇ ਨਾ ਭੱਜ ਜਾਏ, ਕੋਈ ਕੋਈ ਐਸੀ ਚੀਜ਼ ਨੂੰ ਟੱਚ ਨਾ ਕਰਦੇ ਕਿ ਉਹਨੂੰ ਸੱਟ ਲੱਗ ਜਾਵੇ। ਉਹਦੇ ਤੇ ਹਰ ਵੇਲੇ ਨਜ਼ਰ ਰੱਖਣੀ ਪੈਂਦੀ ਹੈ ਟੌਡਲਰ ਦੇ ਉੱਤੇ। ਸਿਮਿਲਰਲੀ ਮਨ ਜੋ ਹੈਗਾ ਸਾਡਾ, ਉਹ ਟੌਡਲਰ ਵਾਂਗ ਹੈਗਾ, ਬੜੀ ਜਲਦੀ ਭਟਕ ਜਾਂਦਾ ਇੱਥੇ ਉੱਤੇ। ਔਰ ਬਾਈ ਡਿਫਾਲਟ ਜੇ ਅਸੀਂ ਨਜ਼ਰ ਨਾ ਰੱਖੀਏ ਤੇ ਮਨ ਬਾਈ ਡਿਫਾਲਟ ਉਹ ਬੋਡੀ ਕੌਨਸ਼ੀਅਸਨੈਸ ਵਿੱਚ ਆ ਜਾਂਦਾ ਹਮੇਸ਼ਾ। ਉਹਨੂੰ ਹਮੇਸ਼ਾ ਬੋਡੀ ਕੌਨਸ਼ੀਅਸਨੈਸ ਦੇ ਖਿਆਲ, ਦੂਜਿਆਂ ਦੀ ਬੁਰਾਈਆਂ ਦੇਖਣਾ, ਕੋਈ ਗਲਤ ਚੀਜ਼ਾਂ ਦੇਖਣੀਆਂ, ਗਲਤ ਉਹ ਖਿਆਲ ਸੋਚਣੇ, ਬਾਈ ਡਿਫਾਲਟ ਮਨ ਉੱਥੇ ਚਲਾ ਜਾਂਦਾ ਹਮੇਸ਼ਾ। ਤੇ ਜੇ ਅਸੀਂ ਆਪਣੇ ਮਨ ਦੇ ਉੱਤੇ ਨਜ਼ਰ ਰੱਖੀਏ ਕਿ ਸਾਡੇ ਮਨ ਦੇ ਉੱਤੇ ਕਿਹੋ ਜਿਹੇ ਥਾਟਸ ਆ ਰਹੇ ਨੇ, ਅਸੀਂ ਕਿਵੇਂ ਜਿਹੇ ਫੀਲ ਕਰ ਰਹੇ ਹਾਂ ਬੈਠ ਕੇ, ਸਾਨੂੰ ਫੀਲਿੰਗਸ ਆਬਜ਼ਰਵ ਕਰਨੀਆਂ ਆਸਾਨ ਨੇ ਸਾਡੇ ਵਾਸਤੇ ਜ਼ਿਆਦਾ। ਤੇ ਜਦ ਵੀ ਅਸੀਂ, ਸਾਡੀ ਫੀਲਿੰਗ ਜੋ ਹੈਗੀਆਂ ਨੇ ਉਹ ਡਾਇਰੈਕਟ ਹੁੰਦੀਆਂ ਰਿਫਲੈਕਸ਼ਨ ਆਫ ਕਿ ਅਸੀਂ ਕਿਸ ਤਰ੍ਹਾਂ ਦਾ ਥਾਟ ਚੱਲ ਰਹੇ ਨੇ ਸਾਡੇ ਮਨ ਦੇ ਵਿੱਚ। ਤੇ ਜਿਵੇਂ ਜਿਹਾ ਅਸੀਂ ਸੋਚਦੇ ਹਾਂ ਉਵੇਂ ਹੀ ਸਾਡੀ ਫੀਲਿੰਗਸ ਹੁੰਦੀਆਂ ਨੇ। ਤੇ ਅਸੀਂ ਜੇ ਆਪਣੀ ਫੀਲਿੰਗਸ ਨੂੰ ਐਕਸਪੀਰੀਅੰਸ ਕਰੀਏ ਕਿ ਸਾਡੇ ਅੰਦਰ ਕੋਈ ਪੋਜ਼ਿਟਿਵ ਫੀਲਿੰਗ ਆ ਰਹੀ ਹੈ ਜਾਂ ਨੈਗੇਟਿਵ ਫੀਲਿੰਗ ਆ ਰਹੀ ਹੈ। ਜੇ ਕੋਈ ਨੈਗੇਟਿਵ ਫੀਲਿੰਗ ਆ ਰਹੀ ਹੈ ਤੇ ਸਾਰੇ ਕੰਮ ਛੱਡ ਕੇ ਬਹਿ ਜਾਓ 5 ਮਿੰਟ ਵਾਸਤੇ। ਕੋਈ ਫਰਕ ਨਹੀਂ ਪੈਂਦਾ, ਕੋਈ ਦੁਨੀਆ ਦਾ ਕੋਈ ਕੰਮ ਕਿੱਥੇ ਨਹੀਂ ਚੱਲਦਾ ਬਹਿ ਕੇ। ਜਦ ਵੀ ਮੈਨੂੰ ਬੁਰਾ ਲੱਗਦਾ, ਕੋਈ ਕਦੇ ਗੁੱਸਾ, ਕੋਈ ਨੈਗੇਟਿਵ ਫੀਲਿੰਗ ਆਉਂਦੀ ਹੈ ਮੇਰੇ ਅੰਦਰ, ਮੈਂ ਸਾਰੇ ਕੰਮ ਛੱਡ ਕੇ 2 ਮਿੰਟ ਵਾਸਤੇ ਬਹਿ ਜਾਣਾ ਮਨ ਦੇ ਨਾਲ ਤੇ ਦੇਖਣਾ ਕਿ ਮਨ ਵਿੱਚ ਕੀ ਚੱਲ ਰਿਹਾ ਹੈ। ਐਂਡ ਇਟਸ ਆਲਮੋਸਟ 100% ਗਾਰੰਟੀਡ ਕਿ ਜਦ ਵੀ ਮੈਨੂੰ ਕੋਈ ਨੈਗੇਟਿਵ ਫੀਲਿੰਗ ਆ ਰਹੀ ਹੁੰਦੀ ਹੈ ਮਨ ਦੇ ਵਿੱਚ, ਤੇ ਉਸ ਵੇਲੇ ਕੋਈ ਨਾ ਕੋਈ ਨੈਗੇਟਿਵ ਥਾਟ ਹੀ ਚੱਲ ਰਿਹਾ ਹੁੰਦਾ, ਕੋਈ ਨਾ ਕੋਈ ਪਾਸ ਦੀ ਮੈਮਰੀ, ਕੋਈ ਕਿਸੇ ਦੀ ਬੁਰਾਈ ਦੇਖਣਾ, ਕੁਝ ਗਲਤ ਕੰਮ ਸੋਚਣਾ, ਕੋਈ ਬੋਡੀ ਕੌਨਸ਼ੀਅਸ, ਕੋਈ ਨਾ ਕੋਈ ਬੋਡੀ ਕੌਨਸ਼ੀਅਸ ਤੋਂ ਰਿਲੇਟਡ ਥਾਟ ਚੱਲ ਰਿਹਾ ਹੁੰਦਾ ਉਸ ਵੇਲੇ ਮਨ ਦੇ ਵਿੱਚ। ਤੇ ਅਸੀਂ ਬਸ ਆਪਣੇ ਮੈਡੀਟੇਸ਼ਨ ਵਿੱਚ ਆਪਣੇ ਆਪ ਨੂੰ, ਉਸ ਨੈਗੇਟਿਵ ਥਾਟ ਨੂੰ ਅਸੀਂ ਡਾਇਵਰਟ ਕਰਨਾ ਹੈ। ਅਸੀਂ ਉਹਨੂੰ ਨੈਗੇਟਿਵ ਥਾਟ ਨੂੰ ਰਿਪਲੇਸ ਕਰਨਾ ਹੈ ਇੱਕ ਪੋਜ਼ਿਟਿਵ ਥਾਟ, ਕੋਰਸਪੋਂਡਿੰਗ ਪੋਜ਼ਿਟਿਵ ਥਾਟ ਦੇ ਨਾਲ। ਜੇ ਸਾਨੂੰ ਕਿਸੇ ਆਤਮਾ ਦੀ ਬੁਰਾਈ ਨਜ਼ਰ ਆ ਰਹੀ ਹੈ ਤੇ ਅਸੀਂ ਉਸ ਆਤਮਾ ਨੂੰ ਪਰਮਾਤਮਾ ਦੀ ਸੰਤਾਨ ਸਮਝ ਕੇ ਦੇਖੀਏ। ਕਿ ਅਸੀਂ ਕਿਸੇ ਨੂੰ ਪਰਮਾਤਮਾ ਦੀ ਸੰਤਾਨ ਦੇਖਾਂਗੇ, ਸਾਨੂੰ ਜਿਹੜੇ ਪਰਮਾਤਮਾ ਦੇ ਗੁਣ ਨੇ ਸਾਨੂੰ ਉਹੀ ਗੁਣ ਨਜ਼ਰ ਆਣਗੇ ਹਰ ਆਤਮਾ ਦੇ ਵਿੱਚ। ਜੇ ਸਾਨੂੰ ਕੋਈ ਨੈਗੇਟਿਵ ਗੱਲਾਂ, ਕੋਈ ਕੋਈ ਪਾਸ ਦੀਆਂ ਗੱਲਾਂ, ਕੋਈ ਫਿਊਚਰ ਦੀ ਚਿੰਤਾ ਕੋਈ ਆ ਰਹੀ ਹੈ ਕਿਸੇ ਗੱਲ ਦੇ ਉੱਤੇ, ਤੇ ਅਸੀਂ ਉਹਨੂੰ ਟੈਨਸ਼ਨ ਨੂੰ, ਵਰੀ ਨੂੰ ਅਸੀਂ ਰਿਪਲੇਸ ਕਰ ਸਕਦੇ ਹਾਂ ਵਿਦ ਅ ਕੋਰਸਪੋਂਡਿੰਗ ਪੋਜ਼ਿਟਿਵ ਥਾਟ ਕਿ ਇਫ ਸਮਥਿੰਗ ਲਾਈਕ ਦਿਸ ਮੇ ਹੈਪਨ ਤੇ ਹਾਊ ਕੈਨ ਆਈ ਬੀ ਪ੍ਰੀਪੇਅਰਡ ਫॉर ਇਟ। ਮਤਲਬ ਫਿਊਚਰ ਦਾ ਮਤਲਬ ਇਹ ਨਹੀਂ ਕਿ ਅਸੀਂ ਚਿੰਤਾ ਨਾ ਕਰਨਾ, ਮਤਲਬ ਇਹ ਨਹੀਂ ਕਿ ਅਸੀਂ ਕੇਅਰਲੈਸ ਹੋ ਜਾਈਏ, ਅਸੀਂ ਕੇਅਰਫੁਲ ਹੋਈਏ, ਸਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ, ਅਸੀਂ ਪ੍ਰੀਪੇਅਰਡ ਰਹੀਏ। we can transform that worry and tension into a corresponding how to be prepared for if something like situation like that happens, but still send the positive vibrations ke ਸਾਡਾ ਚੰਗਾ ਹੀ ਹੋਏਗਾ। ਜੋ ਵੀ ਹੋ ਰਿਹਾ ਚੰਗੇ ਵਾਸਤੇ ਹੀ ਹੋ ਰਿਹਾ ਹੈ ਤੇ ਜੋ ਹੋਏਗਾ ਉਹ ਚੰਗੇ ਵਾਸਤੇ ਹੀ ਹੋਏਗਾ ਹਮੇਸ਼ਾ। ਹਾਂਜੀ ਓਕੇ ਬਾਈ। ਆਈ ਥਿੰਕ ਤੁਸੀਂ ਆਲਰੇਡੀ ਦੂਸਰਾ ਕੁਐਸਚਨ ਵੀ ਕਵਰ ਕਰ ਲਿਆ, ਬਟ ਕੁਐਸਚਨ ਸੀਗਾ ਕਿ ਅਸੀਂ ਆਪਣੇ ਆਪ ਨੂੰ ਸੋਲ ਸਮਝਦੇ ਹਾਂ, ਟਰਾਈ ਅਸੀਂ ਕਰਦੇ ਹਾਂ ਨਾ ਕੋਰਸ ਲੈਣ ਤੋਂ ਬਾਅਦ। ਸੋ ਵੀ ਸਿਟ ਇਨ ਦ ਮੈਡੀਟੇਸ਼ਨ, ਆਪਣੇ ਆਪ ਨੂੰ ਸੋਲ ਸਮਝਦੇ ਹਾਂ, ਆਤਮਾ। ਪਰ ਫਿਰ ਵੀ ਅਸੀਂ ਨਰਵਸ ਹੁੰਦੇ ਹਾਂ, ਫਿਰ ਵੀ ਅਸੀਂ ਵਰਿਡ ਹੁੰਦੇ ਹਾਂ, ਚਿੰਤਾ 'ਚ ਰਹਿੰਦੇ ਹਾਂ ਕਿ ਉਹਦਾ ਕੀ ਕਰ ਸਕਦੇ ਹਾਂ ਆਪਾਂ ਉਸ ਲਈ। ਦੇਖੋ, ਚਿੰਤਾ ਔਰ ਘਬਰਾਹਟ ਜੋ ਹੁੰਦੀ ਹੈ ਉਹ ਸਾਨੂੰ ਸਿਰਫ ਬੋਡੀ ਕੌਨਸ਼ੀਅਸਨੈਸ ਵਿੱਚ ਹੁੰਦੀ ਹੈ। ਇਹ ਸਾਰੀਆਂ ਨੈਗੇਟਿਵ ਫੀਲਿੰਗ ਜੋ ਹੈਗੇ, ਜਿਵੇਂ ਅਸੀਂ ਗੱਲ ਕੀਤੀ ਕਿ ਆਤਮਾ ਦੇ ਨਿੱਜੀ ਗੁਣ ਜੇ ਹੈਗੇ ਨੇ, ਉਹ ਪਿਆਰ ਹੈ, ਸ਼ਾਂਤੀ ਹੈ, ਸ਼ਕਤੀ ਹੈ, ਖੁਸ਼ੀ ਹੈ, ਆਨੰਦ ਹੈ। ਇਹ ਸਾਰੇ ਆਤਮਾ ਦੇ ਨਿੱਜੀ ਗੁਣ ਹੈਗੇ ਨੇ। ਹੁਣ ਚਿੰਤਾ ਕਰਨਾ, ਘਬਰਾਹਟ ਹੋਣਾ, ਇਹ ਆਤਮਾ ਦੇ ਨਿੱਜੀ ਗੁਣ ਨਹੀਂ ਹੈਗੇ। ਇਹ ਬੋਡੀ ਕੌਨਸ਼ੀਅਸਨੈਸ ਦੇ ਸਾਇੰਸ ਨੇ ਹੈਗੇ ਨੇ। ਤੇ ਜਦ ਵੀ ਸਾਨੂੰ ਕੋਈ ਇਹੋ ਜਿਹਾ ਨੈਗੇਟਿਵ ਫੀਲਿੰਗ ਆਉਂਦੀ ਹੈ ਸਾਡੇ ਅੰਦਰ, ਤੇ ਅਸੀਂ ਆਪਣੇ ਪਹਿਲੇ ਥਾਟਸ ਨੂੰ ਚੈੱਕ ਕਰੀਏ ਕਿ ਸਾਡੇ ਅੰਦਰ ਕਿਹੜੇ ਥਾਟਸ ਚੱਲ ਰਹੇ ਨੇ ਉਸ ਵੇਲੇ। ਤੇ ਜੇ ਇਹਨਾਂ ਸਾਰੀਆਂ ਨੈਗੇਟਿਵ ਜਦ ਅਸੀਂ ਆਪਣੇ ਆਪ ਨੂੰ ਉਸ ਆਤਮਿਕ ਸਰੂਪ ਵਿੱਚ ਦੇਖਾਂਗੇ ਨਾ ਕਿ ਮੈਂ ਉਹ ਜੋਤ ਸਰੂਪ ਹੈਗਾ, ਤੇ ਜਿਵੇਂ ਅਸੀਂ ਕੱਲ ਗੱਲ ਕੀਤੀ ਸੀਗੀ ਕਿ ਆਤਮਾ ਤੋਂ ਹੈ ਅਜਰ ਅਮਰ ਅਵਿਨਾਸ਼ੀ ਹੈ। ਆਤਮਾ ਨੂੰ ਕੋਈ ਮਾਰ ਹੀ ਨਹੀਂ ਸਕਦਾ, ਨਾ ਤਲਵਾਰ ਕੱਟ ਸਕਦੀ ਹੈ, ਨਾ ਅੱਗ ਜਲਾ ਸਕਦੀ ਹੈ। ਜੇ ਮੈਨੂੰ ਪੂਰਾ ਵਿਸ਼ਵਾਸ ਹੋ ਜਾਏ ਨਾ ਕਿ ਮੈਂ ਆਤਮਾ ਹਾਂ,
ਮੈਂ ਸਰੀਰ ਵਿੱਚ ਟੈਂਪਰੇਰੀ ਨਿਵਾਸ ਕਰ ਰਿਹਾ ਹਾਂ ਤੇ ਮੇਰੇ ਅੰਦਰੋਂ ਚਿੰਤਾ ਨਿਕਲ ਜਾਏਗੀ, ਕਿਉਂਕਿ ਮੈਨੂੰ ਪਤਾ ਕਿ ਆਤਮਾ ਨੂੰ ਤਾਂ ਕੁਝ ਹੋ ਹੀ ਨਹੀਂ ਸਕਦਾ ਕਦੇ ਵੀ। ਆਤਮਾ ਤੇ ਸਰੀਰ ਤੋਂ ਪਹਿਲੇ ਵੀ ਐਗਜ਼ਿਸਟ ਕਰਦੀ ਸੀਗੀ, ਆਤਮਾ ਸਰੀਰ ਤੋਂ ਬਾਅਦ ਵੀ ਐਗਜ਼ਿਸਟ ਕਰਦੀ ਰਹੇਗੀ ਹਮੇਸ਼ਾ। ਆਤਮਾ ਨੂੰ ਤਾਂ ਕੁਝ ਹੋ ਹੀ ਨਹੀਂ ਸਕਦਾ ਕਦੇ ਵੀ। ਹਾਂਜੀ ਨਾ ਅੱਗ ਜਲਾ ਸਕਦੀ ਹੈ, ਨਾ ਹਵਾ ਉਹਨੂੰ ਉਡਾ ਸਕਦੀ ਹੈ, ਨਾ ਪਾਣੀ ਉਹਨੂੰ ਡੁਬੋ ਸਕਦਾ ਹੈ, ਨਾ ਤਲਵਾਰ ਕੱਟ ਸਕਦੀ ਹੈ। ਫਿਰ ਚਿੰਤਾ ਕਿਸ ਗੱਲ ਦੀ, ਘਬਰਾਹਟ ਕਿਸ ਗੱਲ ਦੀ? ਜੋ ਕੁਝ ਹੁੰਦਾ ਸਿਰਫ ਸਰੀਰ ਨੂੰ ਹੀ ਹੋ ਸਕਦਾ, ਨੁਕਸਾਨ ਜੋ ਹੈਗਾ ਜਿੰਨਾ ਸਿਰਫ ਸਰੀਰ ਨੂੰ ਹੀ ਹੋ ਸਕਦਾ। ਸਿਰਫ ਅਸੀਂ ਆਪਣੇ ਸਰੀਰ ਦੇ ਵਾਸਤੇ ਵੀ ਹੈ ਨਹੀਂ ਕਿ ਸਰੀਰ ਨੂੰ ਅਸੀਂ ਸੜਕ ਦੇ ਥੱਲੇ ਜਾ ਕੇ ਅਸੀਂ ਗੱਡੀ ਦੇ ਥੱਲੇ ਆ ਕੇ ਉਹ ਹੋ ਜਾਈਏ, ਸਰੀਰ ਨੂੰ ਮਾਰ ਦਈਏ, ਨਾ ਕਿ ਨਹੀਂ, ਦੈਟਸ ਨਾਟ ਵਾਟ ਇਟ ਮੀਨਸ। ਅਸੀਂ ਸਰੀਰ ਦਾ ਧਿਆਨ ਰੱਖੀਏ, ਪੂਰਾ ਆਪਣੀ ਹੈਲਥ ਦਾ ਧਿਆਨ ਰੱਖੀਏ, ਅਸੀਂ ਚੰਗਾ ਖਾਣਾ ਖਾਈਏ, ਐਕਸਰਸਾਈਜ਼ ਕਰੀਏ, ਆਪਣੀ ਫਿਜ਼ੀਕਲੀ ਆਪਣੇ ਆਪ ਨੂੰ ਹੈਲਦੀ ਰੱਖੀਏ, ਅਸੀਂ ਆਪਣੇ ਫਿਜ਼ੀਕਲ ਬਾਡੀ ਦਾ, ਆਪਣੇ ਫਿਜ਼ੀਕਲ ਹਰ ਚੀਜ਼ ਦਾ, ਘਰ ਦਾ ਹਰ ਚੀਜ਼ ਦਾ ਧਿਆਨ ਰੱਖੀਏ ਅਸੀਂ। ਬਟ ਅਸੀਂ ਚਿੰਤਾ ਜਿਹੜੀ ਚਿੰਤਾ ਚਿਤਾ ਸਮਾਨ ਹੈਗੀ ਹੈ, ਜੇ ਚਿੰਤਾ ਕਰਨ ਬਹਿ ਜਾਂਦੇ ਹਾਂ ਤੇ ਅਸੀਂ ਬਾਡੀ ਕੌਨਸ਼ੀਅਸ ਵਿੱਚ ਆ ਕੇ ਜਦ ਅਸੀਂ ਆਪਣੇ ਆਪ ਨੂੰ ਸਰੀਰ ਸਮਝਦੇ ਤਾਂ ਹੀ ਸਾਨੂੰ ਚਿੰਤਾ ਆਉਂਦੀ ਹੈ। ਜੇ ਅਸੀਂ ਆਪਣੇ ਆਪ ਨੂੰ ਆਤਮਾ ਸਮਝਦੇ ਹਾਂ ਔਰ ਸਾਨੂੰ ਵਿਸ਼ਵਾਸ ਹੋ ਜਾਏ ਪੂਰਾ ਕਿ ਮੈਂ ਆਤਮਾ ਜੋਤ ਸਰੂਪ ਹਾਂ, ਪਰਮਾਤਮਾ ਦੀ ਸੰਤਾਨ, ਤੇ ਮੈਨੂੰ ਕੁਝ ਹੋ ਹੀ ਨਹੀਂ ਸਕਦਾ ਕਦੇ, ਫਿਰ ਚਿੰਤਾ ਕਿਸ ਗੱਲ ਦੀ? ਹਾਂਜੀ ਉਹ ਯਾਨੀ ਕਿ ਬਾਰ-ਬਾਰ ਆਪਣੇ ਮਾਈਂਡ ਨੂੰ ਅਸੀਂ ਟ੍ਰੇਨ ਕਰਨਾ ਜਾ ਕੇ, ਕਿਉਂਕਿ ਇੱਕਦਮ ਤਾਂ ਹੋਣਾ ਨਹੀਂ ਹੈ, ਬਹੁਤ ਟਾਈਮ ਲੱਗਦਾ ਹੈ। ਬਟ ਆਪਾਂ ਟ੍ਰੇਨ ਕਰਾਂਗੇ ਵਾਪਸ, ਓਕੇ ਮੈਂ ਆਤਮਾ, ਫਿਰ ਦਿਮਾਗ 'ਚ ਆਉਂਦਾ ਕਿ ਨਹੀਂ ਮੈਂ ਬਾਡੀ, ਫਿਰ ਉਹਨੂੰ ਲੈ ਕੇ ਆਉਣਾ ਵਾਪਸ ਕਿ ਅਸੀਂ ਆਤਮਾ ਹੈ। ਫਿਰ ਬਿਲਕੁਲ ਠੀਕ ਹੌਲੀ-ਹੌਲੀ ਹੈ ਤੁਸੀਂ। ਪ੍ਰੈਕਟਿਸ ਦੇ ਨਾਲ ਹੋ ਇਟ ਟੇਕਸ ਜਾਣਾ ਟਾਈਮ, ਚੇਂਜ ਓਵਰਨਾਈਟ ਨਹੀਂ ਆਉਂਦਾ, ਕਿਉਂਕਿ ਅਸੀਂ ਇੰਨੇ ਸਾਲਾਂ ਤੋਂ, ਇੰਨੇ ਜਨਮਾਂ ਤੋਂ ਅਸੀਂ ਐਸ ਬੋਡੀ ਕੌਨਸ਼ੀਅਸ ਵਿੱਚ ਜੀ ਰਹੇ ਹਾਂ, ਤੇ ਇਹ ਚੇਂਜ ਸਾਡੇ ਅੰਦਰ ਇਮੀਡੀਏਟਲੀ ਨਹੀਂ ਆਉਂਦਾ। It takes time, and we'll talk about in the next week's session case, how by doing regular daily meditation and regular feeding positive knowledge to the brain, over a period of time we can, ਅਸੀਂ ਆਪਣੇ ਆਤਮਾ ਨੂੰ, ਬ੍ਰੇਨ ਨੂੰ, ਮਾਈਂਡ ਨੂੰ ਟਿਊਨ ਕਰ ਸਕਦੇ ਹਾਂ over a period of time। ਟਾਈਮ ਲੱਗਦਾ ਹੈ ਚੇਂਜ ਆਉਣ ਵਿੱਚ, ਬਟ ਇਟ ਇਜ਼ ਪੋਸੀਬਲ ਕਿ ਅਸੀਂ ਧੀਰੇ ਧੀਰੇ ਉਸ ਸਟੇਜ ਤੇ ਪਹੁੰਚ ਜਾਈਏ ਕਿ ਸਾਨੂੰ ਇਹ ਨੈਗੇਟਿਵ ਫੀਲਿੰਗਸ ਔਰ ਘਬਰਾਹਟ ਚਿੰਤਾ ਨਾ ਹੋਣ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ ਮਨਪ੍ਰੀਤ ਭਾਈ। ਓਮ ਸ਼ਾਂਤੀ। ਓਮ ਸ਼ਾਂਤੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਓਮ ਸ਼ਾਂਤੀ एवरीवन।